ਨਾਨਕ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁਰੀ ਤੇਗ ਬਹਾਦਰ ਪਰਮ ਕਿਰਪਾਲਾ ਗੁਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਜਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਚੌਪਈ ਸੁਨ ਕਰ ਸ਼ਾਹ ਬਹਾਦਰ ਤਬੀ। ਬੋਲਿਓ ਗਇਓ ਨਾ ਹੀਰਤ ਸਬੈ। ਉੱਤਰ ਜਾਨ ਕੁਛਕ ਮੁਸਕਾਨਿਓ। ਗੁਰ ਬੋਲਨ ਮੈਂ ਸਮਰਥ ਮਾਨਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਬਾਦਸ਼ਾਹ ਬਹਾਦਰ ਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਵਿਦਾ ਲੈਣ ਲਈ ਆਗਿਆ ਵਾਸਤੇ ਆਇਆ ਹੈ ਕਿ ਮਹਾਰਾਜ ਮੈਨੂੰ ਆਗਿਆ ਬਖਸ਼ੋ, ਹੁਣ ਮੈਂ ਹੈਦਰਾਬਾਦ ਦੇ ਇਲਾਕੇ 'ਚ ਜਾਣਾ ਚਾਹੁੰਦਾ। ਸਤਿਗੁਰਾਂ ਦੇ ਕੋਲੋਂ ਪੱਖ ਜਾਣਨ ਵਾਸਤੇ ਕਿ ਗੁਰੂ ਸਾਹਿਬ ਕਿਸ ਦਾ ਪੱਖ ਕਰਦੇ ਨੇ,
ਇਹਨੇ ਹਿੰਦੂ ਧਰਮ ਦੀਆਂ ਕੁਝ ਜਿਹੜੀਆਂ ਮਾਨਤਾਵਾਂ, ਉਹਨਾਂ ਦੀਆਂ ਧਾਰਨਾਵਾਂ ਨੇ, ਉਹਨਾਂ ਦੇ ਉੱਤੇ ਕਟਾਕਸ਼ ਕੀਤਾ, ਆਲੋਚਨਾ ਕੀਤੀ। ਇਹ ਜਾਣਨ ਲਈ ਕਿ ਗੁਰੂ ਸਾਹਿਬ ਇਹਦਾ ਕੀ ਜਵਾਬ ਦੇਣਗੇ, ਤਾਂ ਪਾਤਸ਼ਾਹ ਨੇ ਆਪਣੀ ਨਿਰਪੱਖਤਾ ਪ੍ਰਗਟ ਕਰਕੇ ਵਿਖਾਈ ਹੈ ਕਿ ਅਸੀਂ ਕੋਈ ਪੱਖਵਾਦੀ ਨਹੀਂ ਕਿ ਹਿੰਦੂਆਂ ਦੀ ਹਮਾਇਤ ਕਰਕੇ ਮੁਸਲਮਾਨਾਂ ਦਾ ਵਿਰੋਧ ਕਰੀਏ ਜਾਂ ਮੁਸਲਮਾਨਾਂ ਦੀ ਹਮਾਇਤ ਕਰਕੇ ਹਿੰਦੂਆਂ ਦਾ ਵਿਰੋਧ ਕਰੀਏ। ਸਾਡੇ ਲਈ ਦੋਵੇਂ ਹੀ ਸਮਾਨ ਹਨ, ਪਰ ਇਹਨਾਂ ਦੋਨਾਂ ਦੀਆਂ ਕਮੀਆਂ ਖਾਮੀਆਂ ਜਾਣਦਿਆਂ ਕਿ ਇਹਨਾਂ ਵਿੱਚ ਧੜੇਬੰਦੀ ਦੀ ਬਿਰਤੀ ਹੈ, ਇੱਕ ਦੂਜੇ ਤੋਂ ਵੈਰ ਵਿਰੋਧ ਤੇ ਦਵੈਸ਼ ਦੀ ਬਿਰਤੀ ਰੱਖਣ ਦੀ ਬਿਰਤੀ ਹੈ, ਅਸੀਂ ਇਹਨਾਂ ਦੋਨਾਂ ਤੋਂ ਨਿਰਾਲਾ ਆਪਣਾ ਤੀਸਰਾ ਪੰਥ ਖਾਲਸਾ ਪੰਥ ਸਾਜਿਆ, ਜਿਹੜਾ ਕੇਵਲ ਇੱਕ ਅਕਾਲ ਦਾ ਪੁਜਾਰੀ ਹੈ, ਅਕਾਲ ਨੂੰ ਜਪਦਾ, ਅਕਾਲ ਨੂੰ ਅਰਾਧਦਾ ਤੇ ਅਕਾਲ ਨੂੰ ਹੀ ਧਿਆਉਂਦਾ ਹੈ। ਇਹ ਬਚਨ ਜਦੋਂ ਕਲਗੀਧਰ ਸਾਹਿਬ ਨੇ ਕਹੇ ਤਾਂ ਸਤਿਗੁਰੂ ਜੀ ਨੇ ਨਾਲ ਹੀ ਇੱਕ ਵਿਅੰਗ ਕਰਦਿਆਂ ਆਖਿਆ, ਬਹਾਦਰ ਸ਼ਾਹ ਤੇਰਾ ਬਾਪ ਔਰੰਗਜ਼ੇਬ ਉੱਥੇ ਭੁੱਖਾ ਖਰਚੇ ਬਿਨਾ, ਉਹਦੇ ਕੋਲ ਖਰਚਾ ਨਹੀਂ, ਬੜਾ ਲਾਚਾਰ ਹੈ। ਹਿੰਦੂਆਂ ਵਿੱਚ ਤਾਂ ਉਹ ਫਿਰ ਵੀ ਇੱਧਰੋਂ ਸਰਾਧ ਕਰਾ ਕੇ ਉੱਥੇ ਕੁਝ ਖਰਚਾ ਭੇਜ ਦਿੰਦੇ ਹੋਣੇ ਨੇ, ਪਰ ਤੁਹਾਡੇ ਵਿੱਚ ਤਾਂ ਇਹ ਵੀ ਮਾਨਤਾ ਕੋਈ ਨਹੀਂ। ਮਹਾਰਾਜ ਜੀ ਨੇ ਏਦਾਂ ਵਿਅੰਗ ਦੇ ਵਿੱਚ ਬਚਨ ਕਹੇ। ਸਤਿਗੁਰਾਂ ਦੇ ਬਚਨ ਸੁਣ ਕੇ ਬਹਾਦਰ ਸ਼ਾਹ ਵੀ ਚੁੱਪ ਹੈ, ਇਹਦੇ ਨਾਲ ਜਿਹੜੇ ਇਹਦੇ ਖਾਸ ਅਹਿਲਕਾਰ ਕਾਜੀ ਮੌਲਵੀ ਆਏ ਨੇ ਉਹ ਵੀ ਸਾਰੇ ਚੁੱਪਚਾਪ ਬੈਠੇ, ਕੋਈ ਅੱਗੋਂ ਬੋਲਿਆ ਨਹੀਂ। ਜਾਣਦੇ ਸਨ ਕਿ ਸਤਿਗੁਰਾਂ ਦੇ ਕਹੇ ਬਚਨਾਂ ਦੀ ਕੋਈ ਕਾਟ ਨਹੀਂ ਹੈ, ਕਿਸੇ ਦਲੀਲ ਨਾਲ, ਕਿਸੇ ਉਕਤੀ ਜੁਗਤੀ ਨਾਲ ਸਤਿਗੁਰਾਂ ਦੇ ਬਚਨਾਂ ਨੂੰ ਕੱਟਿਆ ਨਹੀਂ ਜਾ ਸਕਦਾ। ਕਲਗੀਧਰ ਜੀ ਉਹ ਕਹਿ ਰਹੇ ਨੇ ਜੋ ਵਾਸਤਵਿਕ ਹੈ, ਜੋ ਸੱਤ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦੇ ਪਾਵਨ ਸਰੂਪ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਐਸੇ ਦੀਨ ਦਿਆਲ ਸਤਿਗੁਰੂ ਅਭਿਆਨ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ। ਵੈ ਪ੍ਰਗਟੋ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਜੋੜੀਏ। ਜੈ ਸਤਿਗੁਰੂ ਜੀ ਜੋ ਆਪ ਫਰਮਾਉਂਦੇ ਹਨ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਜਗਤ ਕੇਵਲ ਇੱਕ ਤਮਾਸ਼ਾ ਹੈ, ਐਸੇ ਦੀਨ ਦਿਆਲ ਸਤਿਗੁਰੂ ਜਗਤ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਕਰ ਸ਼ਾਹ ਬਹਾਦਰ ਤਬੇ। ਜਦੋਂ ਕਲਗੀਧਰ ਜੀ ਦਾ ਜਵਾਬ, ਸਤਿਗੁਰਾਂ ਦਾ ਉੱਤਰ ਇਹਨੇ ਸੁਣਿਆ, ਬਾਦਸ਼ਾਹ ਬਹਾਦਰ ਸ਼ਾਹ ਨੇ ਬੋਲਿਓ ਗਇਓ ਨਾ ਹੀਰਤ ਸਬੈ। ਬੋਲਿਆ ਨਹੀਂ ਗਿਆ ਇਹਦੇ ਕੋਲੋਂ ਕੁਝ, ਕੇਵਲ ਵੇਖਦਾ ਰਿਹਾ ਤੇ ਚੁੱਪ ਰਿਹਾ। ਉੱਤਰ ਜਾਨ ਕੁਛ ਕੁ ਮੁਸਕਾਨਿਓ। ਸਤਿਗੁਰਾਂ ਵੱਲੋਂ ਦਿੱਤੇ ਹੋਏ ਜਵਾਬ ਨੂੰ ਸੁਣ ਕੇ ਥੋੜਾ ਜਿਹਾ ਮੁਸਕਰਾਇਆ ਜ਼ਰੂਰ ਬਹਾਦਰ ਸ਼ਾਹ, ਕਿ ਸਤਿਗੁਰੂ ਜੀ ਨੇ ਬੜੇ ਸਿਆਣਪ ਭਰੇ ਢੰਗ ਦੇ ਨਾਲ ਜਵਾਬ ਦਿੱਤਾ ਹੈ। ਮੈਂ ਤਾਂ ਸੋਚਿਆ ਸੀ ਕਿ ਸਤਿਗੁਰਾਂ ਨੂੰ ਜਦੋਂ ਪੁੱਛਾਂਗਾ ਕਿ ਸ਼ਾਇਦ ਸਤਿਗੁਰੂ ਜੀ ਅਸੀਂ ਮੁਸਲਮਾਨ ਬਾਦਸ਼ਾਹ ਸਾਡੀ ਹਮਾਇਤ ਵਿੱਚ ਬੋਲਣਗੇ, ਪਰ ਸਤਿਗੁਰੂ ਤਾਂ ਨਿਰਪੱਖ ਹਨ, ਉਹ ਕਿਸੇ ਪੱਖਵਾਦ ਦੇ ਦਾਅਵੇ ਦੇ ਵਿੱਚ ਨਹੀਂ ਉਲਝੇ ਹੋਏ। ਏਦਾਂ ਸਤਿਗੁਰਾਂ ਦਾ ਉੱਤਰ ਜਾਣ ਕੇ ਥੋੜਾ ਜਿਹਾ ਮੁਸਕਰਾਇਆ।
ਗੁਰ ਬੋਲਨ ਮੈਂ ਸਮਰਥ ਮਾਨਿਓ। ਸਮਝ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲਣ ਵਿੱਚ ਹਰ ਪ੍ਰਕਾਰ ਨਾਲ ਸਮਰੱਥ ਨੇ। ਕਿਸੇ ਵੀ ਵਿਸ਼ੇ ਤੇ, ਕਿਸੇ ਵੀ ਸਬਜੈਕਟ ਤੇ, ਕਿਸੇ ਵੀ ਪ੍ਰਕਾਰ ਦੇ ਸੰਸਾਰ ਦੇ ਕਾਰਜ ਉੱਤੇ ਖੁੱਲ੍ਹ ਕੇ ਬੋਲਣਾ ਸਤਿਗੁਰੂ ਜੀ ਜਾਣਦੇ ਹਨ। ਜਦੋਂ ਕਲਗੀਧਰ ਜੀ ਦੀ ਪਾਵਨ ਬਾਣੀ ਅਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਜਦੋਂ ਮੇਰੇ ਸਾਹਿਬ ਜੀ ਕਿਸੇ ਇੱਕ ਵਿਸ਼ੇ ਤੇ ਗੱਲ ਕਰਨ ਲੱਗਦੇ ਹਨ ਤਾਂ ਉਹਦਾ ਪੂਰਨ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਤਨੇ ਛੰਦ ਉਸ ਵਿਸ਼ੇ ਦੇ ਉੱਤੇ ਉਚਾਰਨ ਕਰਦੇ ਨੇ। ਜੇ ਗੱਲ ਘੋੜਿਆਂ ਦੇ ਸਰੂਪ ਵਰਣਨ ਦੀ ਹੁੰਦੀ ਹੈ ਤਾਂ ਘੋੜਿਆਂ ਦੀਆਂ ਚਾਲਾਂ, ਉਹਨਾਂ ਦੀਆਂ ਜਾਤੀਆਂ ਪ੍ਰਜਾਤੀਆਂ, ਗੁਣ ਔਗੁਣਾਂ ਨੂੰ ਵਰਣਨ ਕਰਦਿਆਂ ਮਹਾਰਾਜ ਜੀ ਆਪਣੀ ਕਲਮ ਚਲਾਉਂਦੇ ਨੇ। ਜੇ ਗਰੀਬ ਨਵਾਜ ਸਾਹਿਬ ਜੀ ਨੂੰ ਸ਼ਸਤਰਾਂ ਦੀ ਬਾਤ ਕਰੀਏ ਤਾਂ ਅਨੇਕ ਪ੍ਰਕਾਰ ਦੇ ਸ਼ਸਤਰਾਂ ਦਾ ਵਰਣਨ ਕਰਦੇ ਨੇ। ਸ਼ਿੰਗਾਰ ਰਸ ਦੀ ਗੱਲ ਕਰੀਏ ਅਨੇਕਾਂ ਪ੍ਰਮਾਣ ਉਦਾਹਰਣਾਂ ਉੱਥੇ ਦਿੰਦੇ। ਜੇ ਬੀਰ ਰਸ ਦੀ ਗੱਲ ਕਰੀਏ ਤਾਂ ਬੀਰ ਰਸ ਦੇ ਪ੍ਰਮਾਣ ਦਿੰਦੇ ਐ। ਤੋ ਜਿਸ ਵੀ ਵਿਸ਼ੇ ਤੇ ਸਤਿਗੁਰੂ ਕਲਗੀਧਰ ਜੀ ਬੋਲਦੇ ਨੇ, ਬੋਲਣ 'ਚ ਸਮਰੱਥ ਨੇ। ਬਾਦਸ਼ਾਹ ਬਹਾਦਰ ਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੋਲਣ ਵਿੱਚ ਸਮਰੱਥ ਕਰਕੇ ਜਾਣਿਆ। ਅਪਰ ਮੁਲਾਨੇ ਅਰ ਉਲਮਾਊ। ਬਹਾਦਰ ਸ਼ਾਹ ਦੇ ਨਾਲ ਇਹਦੇ ਜਿਹੜੇ ਕੁਝ ਹੋਰ ਮੁਲਾਣੇ, ਕਾਜੀ, ਇਲਮ ਨੂੰ ਜਾਣਨ ਵਾਲੇ ਦੇ ਜਿਹੜੇ ਮੁਲਾਣੇ ਸਨ। ਸੂਬੇ ਕਿਤਕ ਤੇਰੇ ਉਮਰਾਊ। ਕਈ ਸੂਬੇਦਾਰ ਵੀ ਇਹਦੇ ਨਾਲ ਆਏ ਹੋਏ ਸੀ ਸਤਿਗੁਰਾਂ ਦੇ ਕੋਲ। ਚੰਗੇ ਜਿਹੜੇ ਵੱਡੇ ਉਮਰਾਓ ਅਫਸਰ ਸਨ, ਉਹ ਵੀ ਨਾਲ ਆਏ ਹੋਏ ਸੁਣਦੇ ਹਨ। ਸੁਮਤ ਪ੍ਰਬੀਨ ਆਨ ਮਨ ਮੋਨੇ। ਬੜੇ ਸਿਆਣੇ ਪ੍ਰਬੀਨ ਕਹਾਉਣ ਵਾਲੇ ਚੰਗੇ ਦਾਨਸ਼ਵੰਦ ਵਜ਼ੀਰ ਬਹਾਦਰ ਸ਼ਾਹ ਦੇ ਨਾਲ ਨੇ। ਜਦੋਂ ਕਲਗੀਧਰ ਜੀ ਦੇ ਬਚਨ ਸੁਣੇ ਨਾ ਹਿੰਦੂਆਂ ਮੁਸਲਮਾਨਾਂ ਦੇ ਸੰਬੰਧੀ, ਤੇ ਤੀਸਰੇ ਪੰਥ ਖਾਲਸੇ ਦੀ ਮਹਿਮਾ ਸੁਣ ਕੇ ਸਾਰੇ ਚੁੱਪ ਕਰ ਗਏ। ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਓੜਿਆ। ਗੁਰ ਸਨਮੁਖ ਨੇ ਬੋਲਿਓ ਕੋਨੇ। ਕੋਈ ਵੀ ਸਤਿਗੁਰਾਂ ਦੇ ਸਨਮੁਖ ਨਹੀਂ ਬੋਲ ਸਕਿਆ, ਕਿਉਂਕਿ ਪਤਾ ਸੀ ਜਿਹੜਾ ਬਚਨ ਕਰਾਂਗੇ ਅੱਗੋਂ ਸਤਿਗੁਰਾਂ ਨੇ ਚਟਾਕ ਨਾਲ ਹੀ ਜਵਾਬ ਦੇ ਦੇਣਾ। ਇਸ ਕਰਕੇ ਕਿਸੇ ਵੀ ਪ੍ਰਕਾਰ ਦੀ ਕਿਸੇ ਨੇ ਅੱਗੋਂ ਕੋਈ ਹੀਲ ਹੁਜਤ ਕਰਨ ਲਈ ਕੋਈ ਬੋਲ ਨਹੀਂ ਬੋਲਿਆ। ਸਾਰੇ ਕਲਗੀਧਰ ਦੇ ਬਚਨ ਸੁਣ ਕੇ ਚੁੱਪ ਕਰ ਗਏ। ਸਭਾ ਵਿੱਚ ਜੇ ਆਏ ਨਾ ਬਾਤ। ਜਿੰਨੀ ਸਭਾ ਭਰੀ ਸੀ ਮਹਾਰਾਜ ਜੀ ਦੀ ਸਭਾ ਵਿੱਚ ਕਿਸੇ ਨੂੰ ਕੋਈ ਗੱਲ ਨਹੀਂ ਆਈ ਅੱਗੋਂ। ਹੋਤੇ ਅਨਾਦਰ ਮ੍ਰਿਤਿਉ ਜਿਸ ਭਾਂਤ। ਸਿਆਣਿਆਂ ਦੀ ਇਹ ਕਹਾਵਤ ਹੈ ਵੀ ਸਭਾ ਭਰੀ ਦੇ ਵਿੱਚ ਜੇ ਕੋਈ ਸਵਾਲ ਕਰੇ ਤੇ ਉਹਦਾ ਅੱਗੋਂ ਜਵਾਬ ਨਾ ਆਵੇ ਤਾਂ ਮੌਤ ਦੇ ਤੁੱਲ ਹੁੰਦੀ ਆ ਉਹ ਘੜੀ। ਜਦੋਂ ਸਿਆਣਿਆਂ ਦੀ ਸਭਾ ਲੱਗੀ ਹੋਵੇ ਤੇ ਉੱਥੇ ਕੋਈ ਸਵਾਲ ਕਰੇ ਤੇ ਉਹ ਸਵਾਲ ਦਾ ਜਵਾਬ ਸਹੀ ਢੰਗ ਨਾਲ ਨਾ ਦੇ ਸਕੇ ਤਾਂ ਸਿਆਣੇ ਕਹਿੰਦੇ ਉਹ ਮਿਰਤੂ ਦੇ ਮਨਿੰਦ ਹੁੰਦਾ ਹੈ। ਇਹਨਾਂ ਨੇ ਤਾਂ ਆਪਣੇ ਵੱਲੋਂ ਉਸੇ ਤਰ੍ਹਾਂ ਹੀ ਬੜੇ ਸਵਾਲ ਕੀਤੇ ਸੀ। ਕੱਲ ਆਪ ਜੀ ਨੇ ਸੁਣੀਆਂ ਕਥਾ, ਪਰ ਦਲੀਲ ਪੂਰਵਕ ਢੰਗ ਨਾਲ ਕਲਗੀਧਰ ਦੇ ਬਚਨ ਸੁਣ ਕੇ ਸਾਰੇ ਨਿਰੁੱਤਰ ਹੋ ਗਏ। ਪ੍ਰਸ਼ਨ ਕਰੇ ਉੱਤਰ ਦੇ ਤੂਰਨ। ਇਹ ਜਾਣਦੇ ਨੇ ਕਿ ਅਸੀਂ ਜਿਹੜਾ ਸਵਾਲ ਕਰਾਂਗੇ ਸਤਿਗੁਰਾਂ ਨੇ ਝੱਟ ਜਵਾਬ ਦੇ ਦੇਣਾ। ਜੇ ਉਹਨਾਂ ਨੇ ਕੋਈ ਸਵਾਲ ਕਰ ਲਿਆ ਤੇ ਸਾਨੂੰ ਜਵਾਬ ਨਹੀਂ ਆਉਣਾ। ਇਸ ਕਰਕੇ ਕਹਿੰਦੇ ਚੁੱਪ ਕਰਨਾ ਹੀ ਚੰਗਾ, ਕਿਉਂਕਿ ਅਸੀਂ ਜਿਹੜਾ ਸਵਾਲ ਕਰਨਾ ਉਹ ਤਾਂ ਸਤਿਗੁਰਾਂ ਨੇ ਜਵਾਬ ਝੱਟ ਦੇ ਦੇਣਾ। ਪਰ ਜੇ ਕਿਤੇ ਸਤਿਗੁਰਾਂ ਨੇ ਸਾਨੂੰ ਕੋਈ ਸਵਾਲ ਕਰ ਲਿਆ ਤੇ ਫਿਰ ਸਾਨੂੰ ਕੋਈ ਅੱਗੋਂ ਜਵਾਬ ਨਹੀਂ ਆਉਣਾ। ਸਰਬ ਕਲਾ ਸਮਰੱਥ ਗੁਰ ਪੂਰਨ। ਜਾਣਦੇ ਨੇ ਕਿ ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ, ਪਰਿਪੂਰਨ ਹਨ। ਸਮਝੇ ਤੇ ਆਦਿਕ ਮਨ ਮੈਂ। ਏਦਾਂ ਇਹ ਜਿੰਨੇ ਵਜ਼ੀਰ ਐਲਕਾਰ ਬਾਦਸ਼ਾਹ ਬਹਾਦਰ ਸ਼ਾਹ ਦੇ ਸਮੇਤ ਬੈਠੇ ਨੇ, ਸਾਰਿਆਂ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਾਬਤ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਮਨ 'ਚ ਸਮਝਿਆ ਹੈ। ਕੋਨੇ ਬੋਲਿਓ ਕੁਛ ਤਿਸ ਛਿਨ ਮੈਂ। ਉਸ ਛਿਨ ਵਿੱਚ ਫਿਰ ਅੱਗੋਂ ਕੋਈ ਨਹੀਂ ਬੋਲਿਆ, ਕਿਸੇ ਨੇ ਕੋਈ ਅੱਗੋਂ ਜਵਾਬ ਨਹੀਂ ਦਿੱਤਾ, ਨਾ ਕੋਈ ਸਵਾਲ ਕੀਤਾ। ਪੁਨ ਬੰਦੇ ਕੀ ਬੂਜੀ ਗਾਥਾ। ਫਿਰ ਬਹਾਦਰ ਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਬਤ ਮਹਾਰਾਜ ਜੀ ਕੋਲੋਂ ਪੁੱਛਣ ਲੱਗਾ। ਲੱਖੋਂ ਕਰੇ ਜਿਨੇ ਬਿਨ ਮਾਥਾ। ਕਿ ਬਾਦਸ਼ਾਹ
ਬਹਾਦਰ ਸ਼ਾਹ ਕਹਿੰਦਾ, ਮਹਾਰਾਜ ਆਪ ਜੀ ਵੱਲੋਂ ਭੇਜਿਆ ਬੰਦਾ ਬਹਾਦਰ ਪੰਜਾਬ 'ਚ ਪਹੁੰਚ ਗਿਆ ਹੈ ਤੇ ਪੰਜਾਬ ਦੇ ਵਿੱਚ ਜਾ ਕਰਕੇ ਉਹਨੇ ਆਪ ਜੀ ਦੇ ਬਲ ਨਾਲ, ਆਪ ਜੀ ਦੀ ਤਾਕਤ ਨਾਲ ਅਨੇਕਾਂ ਨੂੰ ਬਿਨਾਂ ਸਿਰ ਤੋਂ ਕਰ ਦਿੱਤਾ ਹੈ ਔਰ ਹੋਰ ਆਉਣ ਵਾਲੇ ਸਮੇਂ 'ਚ ਕਿਤਨਿਆਂ ਨੂੰ ਬਿਨਾਂ ਸਿਰ ਤੋਂ ਕਰ ਦੇਣਾ, ਯਾਨੀ ਕਿ ਕਈਆਂ ਨੂੰ ਮਾਰ ਦੇਣਾ। ਸ਼੍ਰੀ ਪ੍ਰਭ ਅਬ ਕੀਜੇ ਉਤ ਸ਼ਾਂਤੀ। ਮਹਾਰਾਜ ਉਹ ਤੁਹਾਡਾ ਬੰਦਾ, ਉਹਨੂੰ ਹੁਣ ਤੁਸੀਂ ਸ਼ਾਂਤ ਕਰੋ। ਦ્વੈਸ਼ੀ ਪਏ ਆਪ ਕੇ ਘਾਤੀ। ਕਿਉਂਕਿ ਜਿਹੜੇ ਤੁਹਾਡੇ ਘਾਤੀ, ਤੁਹਾਡੇ ਨਾਲ ਦ્વੈਸ਼ ਕਰਨ ਵਾਲੇ ਸਨ, ਉਹ ਸਾਰੇ ਮਾਰ ਦੇਣੇ ਨੇ ਬੰਦੇ ਨੇ। ਆਦ ਵਜੀਦ ਖੋਜ ਨੈ ਪਾਏ। ਵਜ਼ੀਰ ਖਾਨ ਵਰਗਿਆਂ ਦਾ ਹੁਣ ਖੁਰਾ ਖੋਜ ਨਹੀਂ ਲੱਭਣਾ। ਜਿਹੜਾ ਬੰਦਾ ਤੁਸੀਂ ਭੇਜਿਆ ਇਹਨੇ, ਉਹਦਾ ਖੁਰਾ ਖੋਜ ਵੀ ਨਹੀਂ ਲੱਭਣ ਦੇਣਾ ਵਜੀਦੇ ਦਾ। ਜ਼ਬਰਦਸਤ ਸੇ ਸਕਲ ਖਪਾਏ। ਜ਼ਬਰਦਸਤ ਖਾਨ ਵਰਗੇ ਉਹਨੇ ਸਾਰੇ ਖਪਾ ਦੇਣੇ ਹਨ। ਖੱਤਰੀ ਝੂਠਾ ਆਨੰਦ ਪ੍ਰਹਾਰਾ। ਫਿਰ ਜਿਹੜਾ ਝੂਠਾ ਆਨੰਦ ਖੱਤਰੀ ਆ, ਉਹਨੂੰ ਵੀ ਉਹਨੇ ਮਾਰ ਮੁਕਾਉਣਾ। ਸੈਲ ਦੇਸ਼ ਸਭ ਮਾਰੇ ਉਜਾਰਾ। ਪਹਾੜਾਂ ਦੀਆਂ ਰਿਆਸਤਾਂ ਵਾਲੇ ਪਾਸੇ ਵੀ ਉਹਨੇ ਵਧਣਾ ਹੈ, ਕਿਉਂਕਿ ਉਧਰ ਵੀ ਤੁਹਾਡੇ ਦੋਖੀ ਦਵੈਸ਼ੀ ਰਹਿੰਦੇ ਪਹਾੜੀ ਰਿਆਸਤਾਂ ਵਿੱਚ। ਦਿਨ ਪ੍ਰਤ ਸੁਧ ਪਹੁੰਚਤ ਮੁਝ ਪਾਸੀ। ਮਹਾਰਾਜ ਜੀ, ਮੈਂ ਬੰਦੇ ਦੀ ਕੱਲੀ ਕੱਲੀ ਖਬਰ ਆਪਣੇ ਕੋਲ ਮੰਗਾ ਰਿਹਾ, ਦਿਨ ਪ੍ਰਤੀ ਦਿਨ ਦੀ। ਸਭ ਪੰਜਾਬ ਵਿਸਾਲ ਬਿਨਾਸ਼ੀ। ਤੇ ਮਹਾਰਾਜ ਜਿਸ ਪ੍ਰਕਾਰ ਨਾਲ ਬੰਦਾ ਗਿਆ ਹੈ ਔਰ ਉਹਦੀ ਤਾਕਤ ਵੱਧ ਰਹੀ ਹੈ, ਉਹਨੇ ਦਿਨਾਂ ਵਿੱਚ ਸਾਰੇ ਪੰਜਾਬ ਦਾ ਵਿਨਾਸ਼ ਕਰ ਦੇਣਾ। ਸ਼੍ਰੀ ਮੁਕਤੇ ਫੁਰਮਾਵਨ ਕਰਿਓ। ਮਹਾਰਾਜ ਜੀ ਕਿਰਪਾ ਕਰੋ, ਹੁਣ ਉੱਥੇ ਮੇਰਾ ਤੁਸੀਂ ਮੈਨੂੰ ਰਾਜ ਦਿੱਤਾ, ਇੱਕ ਪਾਸੇ ਰਾਜ ਦਿੱਤਾ, ਦੂਜੇ ਪਾਸੇ ਉਹਨੇ ਮੇਰਾ ਰਾਜ ਵਿਨਾਸ਼ ਕਰ ਦੇਣਾ। ਇੱਕ ਪਾਸੇ ਤਾਂ ਤੁਸੀਂ ਮੈਨੂੰ ਰਾਜ ਦਿੱਤਾ ਤੇ ਪੰਜਾਬ ਵਿੱਚ ਵੀ ਤਾਂ ਮਹਾਰਾਜ ਮੇਰਾ ਹੀ ਰਾਜ ਹੈ, ਉਹਦੇ ਰਾਜ ਜਿਹੜਾ ਸਾਰਾ ਉਹਦਾ ਵਿਨਾਸ਼ ਕਰ ਦੇਗਾ ਮਹਾਰਾਜ। ਫਿਰ ਇਹ ਦੋਵੇਂ ਬਚਨ ਕਿਵੇਂ ਸੱਚ ਹੋਣਗੇ? ਆਪ ਜੀ ਕਿਰਪਾ ਕਰੋ। ਸੁਣ ਕੇ ਕਲਗੀਧਰ ਜੀ ਬੋਲੇ, ਵਿਆਹ ਪਏ ਤੇ ਤੇਜ ਪਰ ਹਰਿਓ। ਮਹਾਰਾਜ ਜੀ ਕਹਿਣ ਲੱਗੇ, ਬਹਾਦਰ ਸ਼ਾਹ ਸਾਡੇ ਵੱਲੋਂ ਭੇਜਿਆ ਹੋਇਆ ਉਹ ਬੰਦਾ, ਉਹਦਾ ਤੇਜ ਆਉਣ ਵਾਲੇ ਸਮੇਂ 'ਚ ਘਟੇਗਾ। ਬੌਰ ਖਾਲਸਾ ਹੋਏ ਨਿਆਰਾ। ਖਾਲਸਾ ਸਾਡਾ ਉਹਦੇ ਤੋਂ ਵੱਖਰਾ ਹੋ ਜਾਏਗਾ। ਇਸ਼ਾਰਾ ਭਵਿੱਖਤ ਮਹਾਰਾਜ ਜੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ, ਕਿ ਕਿਵੇਂ ਖਾਲਸੇ ਨੇ ਨਿਆਰਾ ਵੀ ਹੋਣਾ, ਵੱਖਰਾ ਵੀ ਹੋਣਾ। ਏਤ ਨਾਸ਼ ਕੋ ਪਾਹੰਕਾਰਾ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦੀਆਂ ਪਾਉਣੀਆਂ ਹਨ। ਪ੍ਰਾਪਤ ਪਲਟੇ ਸਕਲ ਹਮਾਰੇ। ਉਹਨੇ ਸਾਡੇ ਸਾਰੇ ਬਦਲੇ ਲੈਣੇ ਨੇ। ਵਜੀਦੇ ਵਰਗੇ ਮਲੇਛਾਂ ਨੂੰ ਸੰਘਾਰਨਾ ਹੈ। ਗਿਰਪਤ ਦੁਸ਼ਟ ਅਨਿਸ਼ਟ ਪ੍ਰਹਾਰੇ। ਔਰ ਜਿਹੜੇ ਪਹਾੜੀ ਰਿਆਸਤਾਂ ਦੇ ਰਾਜੇ ਨੇ, ਅਨਿਸ਼ਟ ਕਰਨ ਵਾਲੇ, ਜਿਨ੍ਹਾਂ ਗੁਰੂ ਘਰ ਨਾਲ ਮੱਥਾ ਲਾਇਆ, ਉਹਨਾਂ ਨੂੰ ਵੀ ਉਹਨੇ ਸੋਧਣਾ ਹੈ। ਪੁਰ ਸਿਰੰਦ ਕੋ ਮਾਰ ਉਜਾਰਾ। ਸਰਹੰਦ ਨਗਰ ਨੂੰ ਮਾਰ ਕੇ ਉਜਾੜੇਗਾ। ਅਬ ਨਿਕਸੈ ਕਰ ਜੰਗ ਅਖਾਰਾ। ਔਰ ਉਹ ਜੰਗ ਦੇ ਅਖਾੜੇ ਕਰਕੇ ਉੱਥੋਂ ਜਾਏਗਾ। ਲਸ਼ਕਰ ਤੇ ਸੋ ਗਇਓ ਪਲਾਈ। ਔਰ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਬਹਾਦਰ ਸ਼ਾਹ ਤੇਰਾ ਜਿਹੜਾ ਰਾਜ ਹੈ ਉਹ ਰਹੇਗਾ ਬਰਕਰਾਰ। ਤੂੰ ਆਪਣਾ ਮਨ ਚੋਂ ਇਹ ਸੰਸਾ ਤਿਆਗ ਦੇ ਵੀ ਤੇਰਾ ਰਾਜ ਨਾਸ ਹੋਵੇਗਾ। ਜਿੰਨਾ ਚਿਰ ਤੂੰ ਜਿਉਂਦਾ ਹੈ ਉਹਨਾਂ ਚਿਰ ਤੇਰਾ ਰਾਜ ਰਹੇਗਾ, ਜਿਹੜਾ ਅਸੀਂ ਬਚਨ ਕੀਤਾ ਹੋਇਆ। ਦੁਰਗ ਵਿਖੇ ਘੇਰੋ ਪਰ ਜਾਈ। ਮਹਾਰਾਜ ਜੀ ਕਹਿੰਦੇ ਸਮਾਂ ਆਉਣ ਤੇ ਗੁਰਦਾਸ ਨੰਗਲ ਦੀ ਗੜੀ ਵਿੱਚ ਬੰਦੇ ਨੂੰ ਘੇਰਾ ਪਵੇਗਾ। ਤੋਹੀ ਬੈਸ ਲਗ ਸਲਤਨਤ ਸਾਰੀ। ਤੇਰੀ ਜਿਹੜੀ ਉਮਰ ਹੈ, ਤੇਰੀ ਉਮਰ ਤੱਕ ਤੈਨੂੰ ਰਾਜ ਪ੍ਰਾਪਤ ਹੋਵੇਗਾ। ਬਨੀ ਰਹੇ ਹਮ ਜਥਾ ਉਚਾਰੀ। ਅਸੀਂ ਜਿਵੇਂ ਕਿਹਾ ਤੇਰੀ ਸਲਤਨਤ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਤੇਰੇ ਸਰੀਰ 'ਚ ਸਾਹ ਚੱਲਦੇ ਨੇ। ਪਾਛੇ ਕਨੇ ਉਠੇ ਉਤਪਾਤਾ। ਪਰ ਤੇਰੇ ਤੋਂ ਬਾਅਦ ਤੇਰੇ ਤਖਤ ਦੇ ਉੱਤੇ ਜਿਹੜੇ ਬੈਠਣਗੇ ਉਹਨਾਂ ਬਾਬਤ ਫਿਰ ਘਣੇ ਉਤਪਾਤ ਪੈਦਾ ਹੋਣਗੇ। ਬਹਾਦਰ ਸ਼ਾਹ ਤੋਂ ਬਾਅਦ ਫਿਰ ਕੋਈ ਟਿਕ ਕੇ ਨਹੀਂ ਰਿਹਾ ਬਾਦਸ਼ਾਹ। ਫਰਖਸ਼ੀਰ ਦਾ ਵੀ ਬੜਾ ਭਿਆਨਕ ਤਰੀਕੇ ਦੇ ਨਾਲ ਇਹਦੀ ਮੌਤ ਹੋਈ। ਫਿਰ ਬਾਅਦ ਵਿੱਚ ਰੌਲਾ ਹੀ ਰਿਹਾ ਇਹਨਾਂ ਦੇ ਰਾਜ ਭਾਗ ਵਿੱਚ। ਹਾਂਜੀ, ਉਜਰੇ ਦੇਸ਼ ਹੋਏ ਨਰ ਘਾਤਾ। ਤੁਹਾਡਾ ਦੇਸ਼ ਉਜੜ ਜਾਏਗਾ, ਬਹੁਤ ਸਾਰੇ ਨਰ ਤੇਰੇ ਘਾਤ ਹੋਣਗੇ। ਜਿਨ ਕੋ ਕੋਏ ਨ ਸਕੇ ਮਿਟਾਈ। ਇਹ ਹੋਣੀ ਹੈ ਬਹਾਦਰ ਸ਼ਾਹ, ਤੇਰੇ ਮਰਨ ਤੋਂ ਬਾਅਦ ਇਸ ਹੋਣੀ ਨੂੰ ਕੋਈ ਨਹੀਂ ਮਿਟਾ ਸਕੇਗਾ। ਤੇਰਾ ਦੇਸ਼ ਉਜੜ ਜਾਏਗਾ। ਕਾਬਲ ਤੋਂ
बड़े बड़े जरबाने चढ़ के आउणगे, तेरे देश नूं उजाड़ के रख देणगे। और जिन्ने तेरे राजे राणे तेरे तो बाद होणगे वो भी लंबे समय तक नहीं होण लगे। ऐसे परे रोर समुदाई। इस तरह दा रौला तेरे राज भाग दे विच पवेगा तेरे मरण तो बाद। तोहे बाप किए पाप कलापे। क्योंकि तेरे प्यो औरंगजेब ने बड़े बड़े भयानक गुनाह ते पाप कीते ने बहादुर शाह, जेड़े कदे नहीं बख्शे जा सकते। ਇਹੋ ਇਹੋ ਜੇ ਗੁਨਾਹ ਔਰੰਗੇ ਨੇ ਕੀਤੇ ਹਨ। ਤਿਸ ਕਰ ਕੁਲ ਤੇ ਸਲਤਨਤ ਖਾਪੇ। ਉਹਦੇ ਕੀਤੇ ਹੋਏ ਗੁਨਾਹਾਂ ਤੇ ਪਾਪਾਂ ਕਰਕੇ ਉਹਦੀ ਕੁਲ ਦੇ ਵਿੱਚੋਂ ਰਾਜ ਭਾਗ ਨਸ਼ਟ ਹੋਇਆ। ਅਵਨੀ ਪਤੀ ਹੋਵੇ ਅਨੇਕ ਪ੍ਰਕਾਰੇ। ਔਰ ਕਈ ਪ੍ਰਕਾਰ ਦੇ ਰਾਜੇ ਹੋਣਗੇ ਧਰਤੀ ਤੇ। ਅਰਨ ਲਰਨ ਅਰ ਅਰਨ ਪ੍ਰਹਾਰੇ। ਵੈਰੀਆਂ ਨਾਲ ਲੜਨਾ ਤੇ ਵੈਰੀਆਂ ਨੂੰ ਮਾਰਨਾ। ਸੁਨ ਕਰ ਸ਼ਾਹ ਬਹਾਦਰ ਹਰਕਿਓ। ਔਰ ਤੇਰੇ ਤੋਂ ਬਾਅਦ ਕਈ ਤਰ੍ਹਾਂ ਦੇ ਰਾਜੇ ਹੋਣਗੇ। ਉਹ ਰਾਜੇ ਲੜਨਗੇ, ਵੈਰੀਆਂ ਨੂੰ ਇੱਕ ਦੂਜਿਆਂ ਨੂੰ ਮਾਰਨਗੇ। ਕਦੇ ਉਧਰੋਂ ਮਰਾਠੇ ਚੜ ਕੇ ਆ ਜਾਇਆ ਕਰਨਗੇ, ਕਦੇ ਇਧਰੋਂ ਕਾਬਲ ਤੋਂ ਨਾਦਰ ਆ ਗਿਆ, ਕਦੇ ਅਬਦਾਲੀ ਆ ਗਿਆ। ਇਸੇ ਤਰ੍ਹਾਂ ਰੌਲਾ ਪਿਆ ਰਹੇਗਾ ਤੇਰੇ ਰਾਜ ਭਾਗ ਵਿੱਚ ਤੇਰੇ ਮਰਨ ਤੋਂ ਬਾਅਦ। ਪਰ ਜਦੋਂ ਤੱਕ ਤੂੰ ਜਿਉਣਾ ਉਦੋਂ ਤੱਕ ਤੇਰਾ ਰਾਜ ਭਾਗ ਕਾਇਮ ਰਹੇਗਾ। ਸਾਡੇ ਬਚਨ ਪੂਰੇ ਹੋਣਗੇ। ਕਲਗੀਧਰ ਜੀ ਦੇ ਬਚਨ ਜਦੋਂ ਬਹਾਦਰ ਸ਼ਾਹ ਨੇ ਸੁਣੇ, ਸੁਣ ਕੇ ਇਹਨੂੰ ਬੜੀ ਖੁਸ਼ੀ ਹੋਈ। ਮੋਹੇ ਰਾਜ ਤੇਰੇ ਹੋਏ ਔਰ ਪਰਖਿਓ। ਇਸ ਗੱਲ ਦੀ ਖੁਸ਼ੀ ਹੋਈ, ਚਲੋ ਆਪ ਮਰੇ ਜਗ ਪਰ ਲੋ, ਮੇਰੇ ਤੋਂ ਬਾਅਦ ਕੀ ਹੋਣਾ ਕੀ ਨਹੀਂ ਹੋਣਾ ਉਹਦੀ ਮੈਂ ਕੀ ਚਿੰਤਾ ਕਰਨੀ ਹੈ। ਗੁਰੂ ਸਾਹਿਬ ਨੇ ਮੇਰੇ ਜਿਉਂਦਿਆਂ ਜੀ ਮੈਨੂੰ ਰਾਜ ਦੇ ਦਿੱਤਾ ਤੇ ਮੇਰੇ ਜਿਉਂਦਿਆਂ ਜੀ ਰਾਜ ਹੈ ਤੇ ਮੈਨੂੰ ਹੁਣ ਫਿਕਰ ਦੀ ਕੀ ਲੋੜ ਹੈ। ਮੇਰਾ ਰਾਜ ਤਾਂ ਥੇਰਾ, ਮੇਰੇ ਤੋਂ ਬਾਅਦ ਕੋਈ ਆਵੇ ਕੋਈ ਨਾ ਆਵੇ ਮੈਨੂੰ ਉਹਦੀ ਕੋਈ ਚਿੰਤਾ ਨਹੀਂ। ਪਾਛੇ ਕੀ ਪਾਛੇ ਹੋਏ ਜੈਸੇ। ਮੇਰੇ ਤੋਂ ਬਾਅਦ ਜੋ ਪਿੱਛੇ ਹੋਵੇਗਾ ਉਹ ਤਾਂ ਫਿਰ ਪਿੱਛੇ ਜੋ ਹੁੰਦੀ ਰਹੇਗੀ। ਮੈਂ ਕਿਹੜਾ ਹੋਣਾ ਇੱਥੇ ਵੇਖਣ ਵਾਸਤੇ। ਬਹਾਦਰ ਸ਼ਾਹ ਸੋਚਦਾ ਕਿ ਮੈਂ ਕਿਹੜਾ ਆਪਣੇ ਪਿੱਛੋਂ ਵੇਖਣਾ ਆ ਕੇ ਵੀ ਇੱਥੇ ਕੀ ਹੋ ਰਿਹਾ। ਮੇਰੇ ਮਰਨ ਤੋਂ ਬਾਅਦ ਤਾਂ ਫਿਰ ਮੇਰੇ ਲਈ ਤਾਂ ਉਦੋਂ ਹੀ ਰਾਜ ਮੁੱਕ ਜਾਣਾ, ਉਦੋਂ ਹੀ ਸਮਾਪਤ ਹੋ ਜਾਣਾ। ਕਰੇ ਖੁਦਾਏ ਲਖੇ ਕੋ ਕੈਸੇ। ਮੇਰੇ ਮਰਨ ਤੋਂ ਬਾਅਦ ਖੁਦਾ ਨੇ ਕੀ ਕਰਨਾ ਕੀ ਹੋਣਾ ਇਹ ਤਾਂ ਹੁਣ ਉਦੋਂ ਹੀ ਵੇਖਿਆ ਜਾਏਗਾ। ਸ਼੍ਰੀ ਸਤਿਗੁਰ ਤੁਮ ਮੋਏ ਸਹਾਇਕ। ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਮੇਰੇ ਸਹਾਇਕ ਹੋ, ਤੁਸੀਂ ਮੇਰੇ ਮਦਦਗਾਰ ਹੋ ਕਲਗੀਧਰ ਜੀ। ਭੂਤ ਭਵਿੱਖ ਵਿਗਨ ਕੇ ਕਾਇਕ। ਭੂਤ ਕਾਲ ਤੇ ਭਵਿੱਖ ਕਾਲ ਮੇਰੇ ਪਹਿਲੇ ਵੀ ਸਾਰੇ ਵਿਘਨਾਂ ਨੂੰ ਤੁਸੀਂ ਦੂਰ ਕੀਤਾ ਹੈ। ਹੇ ਪਾਤਸ਼ਾਹ, ਮੈਂ ਆਪ ਜੀ ਦੀ ਸਹਾਇਤਾ ਮੰਗਦਾ। ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਵਿਘਨ ਆਵੇ ਤੇ ਆਪ ਜੀ ਕਿਰਪਾ ਕਰਕੇ ਉਸ ਵਿਘਨ ਤੋਂ ਮੈਨੂੰ ਬਚਾਇਓ। ਜਿਵੇਂ ਪਹਿਲਾਂ ਬਚਾਇਆ ਏਦਾਂ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਿੱਚ ਵੀ ਮੈਨੂੰ ਵਿਘਨਾਂ ਤੋਂ ਬਚਾ ਕੇ ਰੱਖਿਓ ਸਤਿਗੁਰੂ। ਸ਼ਰਨ ਪਰੇ ਕੀ ਪਤ ਮਮ ਰਾਖੀ। ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਸੀ ਤੇ ਮੈਨੂੰ ਸ਼ਰਨ ਵਿੱਚ ਆਇਆ ਜਾਣ ਕੇ ਤੁਸੀਂ ਮੇਰੀ ਪਤ ਰੱਖੀ ਹੈ, ਪੈਜ ਰੱਖੀ ਹੈ। ਗਰੀਬ ਨਵਾਜ ਤੁਸੀਂ ਆਪਣੀ ਸ਼ਰਨ ਆਇਆਂ ਦੀ ਪੈਜ ਰੱਖਦੇ ਹੋ। ਭਾਈ ਸਾਚ ਜਿਮ ਰਾਵਰ ਪਾਖੀ। ਜਿਵੇਂ ਜਿਵੇਂ ਆਪ ਜੀ ਨੇ ਕਿਹਾ ਸੀ ਬਿਲਕੁਲ ਉਸੇ ਤਰ੍ਹਾਂ ਸੱਚ ਹੋਇਆ। ਹੁਣ ਤਾਂ ਹੀ ਉਸੇ ਤਰ੍ਹਾਂ ਹੋਇਆ ਜਿਵੇਂ ਜਿਵੇਂ ਆਪ ਜੀ ਨੇ ਆਪਣੇ ਮੁਖੋਂ ਕਿਹਾ ਸੀ। ਦਿਓ ਆਇਸ ਅਬ ਕਰੋ ਚੜਾਈ। ਮਹਾਰਾਜ ਹੁਣ ਮੈਨੂੰ ਆਗਿਆ ਦਿਓ ਤਾਂ ਜੋ ਆਪ ਜੀ ਦੇ ਬਖਸ਼ੇ ਰਾਜ ਭਾਗ ਦੇ ਵਿੱਚ ਮੈਂ ਚੜ੍ਹਾਈ ਕਰਕੇ ਵਿਚਰ ਕੇ ਵੇਖਾਂ ਔਰ ਰਾਜ ਦਾ ਪ੍ਰਬੰਧ ਕਰਾਂ। ਦਰਸ਼ਨ ਕਰੋ ਬੌਰ ਮੈਂ ਆਈ। ਮਹਾਰਾਜ ਮੁੜ ਕੇ ਫੇਰ ਮੈਂ ਆਪ ਜੀ ਦੇ ਆ ਕੇ ਦਰਸ਼ਨ ਕਰਾਂਗਾ। ਸ਼੍ਰੀ ਮੁਕਤੇ ਮੁਸਕਤ ਫਰਮਾਇਓ। ਮੈਂ ਹੁਣ ਹੈਦਰਾਬਾਦ ਜਾ ਰਿਹਾ, ਉੱਥੋਂ ਫਿਰ ਮਹਾਰਾਜ ਜੀ ਮੁੜ ਕੇ ਆਵਾਂਗਾ, ਤੁਹਾਡੇ ਦਰਸ਼ਨ ਕਰਾਂਗਾ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਮੁਸਕਰਾਏ ਤੇ ਮੁਸਕਰਾ ਕੇ ਬੋਲੇ, ਦਰਸ਼ਨ ਹੋਏ ਰਹੇ ਜਿਮ ਪਾਇਓ। ਮਹਾਰਾਜ ਜੀ ਕਹਿੰਦੇ ਬਹਾਦਰ ਸ਼ਾਹ ਹੋ ਗਏ ਨੇ ਦਰਸ਼ਨ ਜਿੰਨੇ ਹੋਣੇ ਸਨ। ਹੁਣ ਅੱਗੇ ਤਾਂ ਜਿਵੇਂ ਕਰਤਾਰ ਨੂੰ ਭਾਵੇਗਾ ਉਹੀ ਹੋਣਾ। ਪਾਤਸ਼ਾਹ ਜਾਣਦੇ ਸਨ ਕਿ ਅਸੀਂ ਤਾਂ ਸੱਚਖੰਡ ਚਲੇ ਜਾਣਾ, ਇਹ ਅਖੀਰਲੀ ਮਿਲਣੀ ਹੈ ਬਹਾਦਰ ਸ਼ਾਹ ਦੀ। ਪਾਤਸ਼ਾਹ ਕਹਿੰਦੇ ਹੋ ਗਏ ਨੇ ਜਿੰਨੇ ਹੋਣੇ ਸਨ ਦਰਸ਼ਨ ਬਹਾਦਰ ਸ਼ਾਹ।
ਹੁਣ ਅੱਗੇ ਤਾਂ ਉਹੀ ਹੋਣਾ ਜੋ ਕਰਤਾਰ ਨੂੰ ਭਾਉਣਾ, ਜੋ ਸਾਈਂ ਨੂੰ ਭਾਵੇਗਾ। ਗਮਨੋ ਵਿਚਰੋ ਦੱਖਣ ਦੇਸ਼, ਜਾਓ ਦੱਖਣ ਦੇਸ਼ ਵਿੱਚ ਜਾ ਕੇ ਵਿਚਰੋ, ਆਪਣਾ ਰਾਜ ਪ੍ਰਬੰਧ ਕਰੋ। ਕਰ ਲੀਜੇ ਅਨੁਸਾਰ ਅਸ਼ੇਸ਼, ਔਰ ਜਿਹੜਾ ਰਾਜ ਤੁਹਾਡੇ ਤੋਂ ਕੋਈ ਬਾਗੀ ਹੈ ਉਹਨੂੰ ਜਾ ਕੇ ਆਪਣੇ ਜੇਰ ਤੇ ਆਪਣੇ ਅਧੀਨ ਕਰ ਲੈ। ਪੁਨ ਦਿੱਲੀ ਕੋ ਤਖਤ ਸੁਹਾਵੋ, ਔਰ ਫਿਰ ਇੱਥੋਂ ਦਿੱਲੀ ਜਾ ਕੇ ਆਪਣੇ ਦਿੱਲੀ ਦੇ ਤਖਤ ਦੇ ਉੱਤੇ ਬੈਠ ਤੇ ਰਾਜ ਭੋਗ। ਆਰ ਬਲਾ ਲਗ ਰਾਜ ਕਮਾਵੋ, ਜਦੋਂ ਤੱਕ ਤੇਰੀ ਆਰਬਲਾ ਹੈ, ਉਮਰ ਹੈ, ਉਦੋਂ ਤੱਕ ਤੂੰ ਰਾਜ ਕਮਾ। ਉਠਿਓ ਬੰਦਨਾ ਕਰ ਤਵ ਸ਼ਾਹੂ, ਕਲਗੀਧਰ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਬਾਦਸ਼ਾਹ ਬਹਾਦਰ ਸ਼ਾਹ ਉੱਠਿਆ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਸਿਰੇ ਪਾਉ ਦੀਨਾ ਗੁਰ ਤਾਹੂ, ਇਹਨੂੰ ਜਾਣ ਵੇਲੇ ਸਤਿਗੁਰਾਂ ਨੇ ਇਹਨੂੰ ਸਿਰੇ ਪਾਉ ਬਖਸ਼ਿਆ। ਆਪਣੇ ਦਰੋਂ ਘਰੋਂ ਸਿਰੇ ਪਾਉ ਦੇ ਕੇ ਬਹਾਦਰ ਸ਼ਾਹ ਨੂੰ ਵਿਦਾ ਕੀਤਾ। ਅਪਰ ਨਮੋ ਕਰ ਸੰਗ ਸਿਧਾਰੇ, ਬਾਕੀ ਇਹਦੇ ਜਿਹੜੇ ਨਾਲ ਦੇ ਅਹਿਲਕਾਰ ਵਜ਼ੀਰ ਵਗੈਰਾ ਸਨ, ਉਹਨਾਂ ਨੇ ਵੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਇਹਦੇ ਨਾਲ ਟੁਰ ਪਏ। ਸਿਫਤ ਉਚਰਤੇ ਸਿਵਰ ਪਧਾਰੇ, ਸਤਿਗੁਰਾਂ ਦੀਆਂ ਸਿਫਤਾਂ ਕਰਦਿਆਂ, ਸਤਿਗੁਰਾਂ ਦੀਆਂ ਵਡਿਆਈਆਂ ਕਰਦਿਆਂ ਆਪਣੇ ਡੇਰੇ ਗਏ ਹਨ। ਨਿਸਬਿਤਾਏ ਪ੍ਰਾਤੀ ਚੜ ਗਇਓ, ਰਾਤ ਨਾ ਬਤੀਤ ਕੀਤੀ ਤੇ ਅਗਲੇ ਦਿਨ ਸਵੇਰੇ ਇਹ ਨਾਂਦੇੜ ਤੋਂ ਬਾਦਸ਼ਾਹ ਬਹਾਦਰ ਸ਼ਾਹ ਨੇ ਚਾਲਾ ਮਾਰਿਆ, ਹੈਦਰਾਬਾਦ ਨੂੰ ਟੁਰ ਪਿਆ। ਦੱਖਣ ਦੇਸ਼ ਵਿਚਰ ਤੋ ਭਇਓ, ਔਰ ਦੱਖਣ ਦੀ ਦਿਸ਼ਾ ਦੇ ਵਿੱਚ, ਦੱਖਣ ਦਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਵਿਚਰਦਾ ਜਾ ਰਿਹਾ ਹੈ। ਅਬ ਚਲ ਨਗਰ ਗੁਰੂ ਤੇਰ ਔਰ ਰਹੇ, ਕਲਗੀਧਰ ਪਾਤਸ਼ਾਹ ਜੀ ਆਪ ਅਬਚਲ ਨਗਰ ਨਾਂਦੇੜ ਸ੍ਰੀ ਹਜੂਰ ਸਾਹਿਬ ਵਿਖੇ ਹੀ ਰਹੇ। ਕਰਨ ਪਿਆਨ ਬੈਕੁੰਠੇ ਕਿਉਂਕਿ ਚਾਏ, ਸਤਿਗੁਰੂ ਜੀ ਹੁਣ ਇੱਥੋਂ ਬੈਕੁੰਠ ਜਾਣਾ ਚਾਹੁੰਦੇ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਗਮਨ ਕਰਨਾ ਚਾਹੁੰਦੇ ਹਨ। ਪਾਤਸ਼ਾਹ ਨੇ ਤਿਆਰੀਆਂ ਕੀਤੀਆਂ ਹਨ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ। ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾਂਦੇੜ ਵਿਖੇ ਕੁਝ ਦਿਨ ਇਸੇ ਤਰ੍ਹਾਂ ਹੋਰ ਬਤੀਤ ਕੀਤੇ। ਸੰਗਤਾਂ ਨੂੰ, ਗੁਰਸਿੱਖਾਂ ਨੂੰ ਆਪਣੇ ਸੋਹਣੇ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰਦੇ ਹਨ। ਦੋਏ ਸਮੇਂ ਮੈਂ ਖਾਲਸਾ ਆਵੇ ਦਰਸ਼ਨ ਪਾਏ। ਦੋਵੇਂ ਵੇਲੇ ਸਵੇਰੇ ਤੇ ਸ਼ਾਮ ਨੂੰ ਜਦੋਂ ਮਹਾਰਾਜ ਜੀ ਦਾ ਦੀਵਾਨ ਸਜਦਾ ਹੈ, ਸਤਿਗੁਰਾਂ ਦਾ ਸਮੁੱਚਾ ਖਾਲਸਾ ਪੰਥ ਸਤਿਗੁਰੂ ਜੀ ਦੇ ਦਰਸ਼ਨ ਦਿਦਾਰ ਕਰਨ ਵਾਸਤੇ ਦੋਵੇਂ ਵੇਲੇ ਦੋਵੇਂ ਵਕਤ ਮਹਾਰਾਜ ਜੀ ਦੇ ਦੀਵਾਨ ਵਿੱਚ ਹਾਜ਼ਰੀਆਂ ਭਰਦੇ ਹਨ। ਚੌਪਈ ਚੌਂ ਦਿਸ਼ ਲਗੇ ਦੀਵਾਨ ਬਿਸਾਲਾ। ਸਤਿਗੁਰਾਂ ਦੇ ਚੌ ਪਾਸੀ ਦੀਵਾਨ ਸਜਦਾ, ਵੱਡਾ ਭਾਰੀ ਦੀਵਾਨ ਸਜਦਾ ਹੈ। ਗੁਰਬਾਣੀ ਤੁਨ ਸੁਨਤ ਰਸਾਲਾ। ਗੁਰਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਮਹਾਰਾਜ ਜੀ ਦੇ ਦਰਬਾਰ 'ਚ ਲੱਗਦੀਆਂ ਹਨ। ਮਿੱਠੀ ਮਿੱਠੀ ਆਵਾਜ਼ ਵਿੱਚ ਰਬਾਬੀ ਕੀਰਤਨ ਕਰਦੇ ਨੇ। ਸਾਰੇ ਸਿੰਘ ਤੇ ਸੰਗਤਾਂ ਬੜੇ ਪਿਆਰ ਨਾਲ ਕੀਰਤਨ ਸੁਣਦੀਆਂ ਹਨ। ਵਸਤਰ ਸ਼ਸਤਰ ਕੋ ਅੰਗ ਸਜਾਵੇ। ਸੋਹਣੇ ਵਸਤਰ, ਸੋਹਣੇ ਸ਼ਸਤਰ ਆਪਣੇ ਅੰਗਾਂ ਤੇ ਸਜਾਉਂਦੇ ਨੇ। ਸ਼੍ਰੀ ਗੋਬਿੰਦ ਸਿੰਘ ਬੀਚ ਸੁਹਾਵੇ। ਸੋਹਣੇ ਸ਼ਸਤਰ ਵਸਤਰਾਂ ਦੇ ਸਹਿਤ ਕਲਗੀਧਰ ਪਾਤਸ਼ਾਹ ਆਪਣੇ ਪੰਥ ਦੇ ਖਾਲਸੇ ਦੇ ਸਜੇ ਦੀਵਾਨ ਵਿੱਚ ਸ਼ੋਭਨੀਕ ਹੁੰਦੇ ਦਰਸ਼ਨ ਦਿੰਦੇ ਹਨ। ਜਿਮ ਜਛਨ ਮੈਂ ਥਿਰੇ ਕੁਬੇਰ। ਕਹਿੰਦੇ ਜਿਵੇਂ ਜੱਛਾਂ ਦੇ ਵਿੱਚ ਉਹਨਾਂ ਦਾ ਰਾਜਾ, ਧਨ ਦਾ ਦੇਵਤਾ ਕੁਬੇਰ ਸੋਭਦਾ ਨਾ, ਇਹ ਪ੍ਰਮਾਣ ਹੈ, ਉਦਾਹਰਣ ਦਾ ਕੇਵਲ ਇੱਕ ਪੱਖ ਹੁੰਦਾ। ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰਾਂ ਨੂੰ ਕੁਬੇਰ ਕਿਹਾ ਜਾ ਰਿਹਾ, ਵਰਣਨ ਕੀਤਾ, ਉਦਾਹਰਣ ਦਿੱਤੀ ਜਾ ਰਹੀ ਹੈ ਵੀ ਜਿਵੇਂ ਜੱਛਾਂ ਵਿੱਚ ਰਾਜਾ ਕੁਬੇਰ ਬਹਿੰਦਾ ਨਾ, ਏਦਾਂ ਸਿੱਖਾਂ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸ਼ੋਭਦੇ ਹਨ। ਦੇਤ ਕਾਮਨਾ ਸਭਨ ਬਡੇਰ। ਸਾਰੀਆਂ ਸੰਗਤਾਂ ਤੇ ਸਿੱਖਾਂ ਦੀਆਂ ਕਾਮਨਾਵਾਂ, ਵੱਡੀਆਂ ਵੱਡੀਆਂ ਕਾਮਨਾਵਾਂ
ਸਤਿਗੁਰੂ ਜੀ ਪੂਰਨ ਕਰਦੇ ਹਨ। ਕਿਦੋਂ ਦੇਵਤਾ ਬ੍ਰਿੰਦਨ ਵਿਖੇ। ਕਹਿੰਦੇ ਇਸ ਤਰ੍ਹਾਂ ਕਹਿ ਲਈਏ ਜਿਵੇਂ ਦੇਵਤਿਆਂ ਦੀ ਸਭਾ ਲੱਗੀ ਹੋਵੇ, ਬਹੁਤ ਵੱਡੇ ਦੇਵਤਿਆਂ ਦੇ ਇਕੱਠ ਵਿੱਚ ਰਾਜ ਸਚੀ ਜੁਤ ਸੁਰਪਤ ਪਿਖੈ। ਕਹਿੰਦੇ ਜਿਵੇਂ ਰਾਜ ਭਾਗ ਦੇ ਸਹਿਤ ਦੇਵਤਿਆਂ ਦੇ ਵਿੱਚ ਇੰਦਰ ਬੈਠਦਾ ਨਾ ਸਿੰਘਾਸਣ ਤੇ, ਏਦਾਂ ਮੇਰੇ ਸਾਹਿਬ ਕਲਗੀਧਰ ਜੀ ਸਿੰਘਾਂ ਦੀ ਸਭਾ ਦੇ ਵਿੱਚ ਬੈਠੇ ਸ਼ੋਭਦੇ ਨੇ ਇੰਦਰਾਨ ਇੰਦਰ ਹੋ ਕੇ, ਇੰਦਰਾਨ ਇੰਦਰ ਹੋ ਕਰਕੇ, ਯਾਨੀ ਕਿ ਰਾਜਿਆਂ ਦੇ ਰਾਜਾ ਹੀ ਰਾਜਾ ਹੋ ਕੇ ਸਿੰਘਾਂ ਦੇ ਦੀਵਾਨ ਵਿੱਚ ਸ਼ੋਭਦੇ ਦਰਸ਼ਨ ਦਿੰਦੇ ਹਨ। ਮੁਨੀਅਨ ਸਭਾ ਮੈਂ ਕਹਿ ਰਘੁਬੀਰਾ। ਕਹਿੰਦੇ ਜਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਜੰਗਲ ਵਿੱਚ ਮੁਨੀਸ਼ਵਰਾਂ ਦੀ ਸਭਾ ਵਿੱਚ ਭਗਵਾਨ ਰਾਮਚੰਦਰ ਜੀ ਸ਼ੋਭਦੇ, ਮੁਨੀਆਂ ਵਿੱਚ ਉਹਨਾਂ ਨੂੰ ਦਰਸ਼ਨ ਦਿੰਦੇ ਸਨ, ਏਦਾਂ ਸਿੰਘਾਂ ਵਿੱਚ ਬੈਠੇ ਕਲਗੀਧਰ ਜੀ ਸਿੰਘਾਂ ਨੂੰ ਦਰਸ਼ਨ ਦੇ ਰਹੇ ਨੇ। ਜਿਵੇਂ ਕਿ ਮੈਂ ਪਹਿਲਾਂ ਬੇਨਤੀ ਕੀਤੀ, ਉਦਾਹਰਣ ਦਾ ਇੱਕ ਪੱਖ ਹੀ ਲਿਆ ਜਾਂਦਾ ਹੈ। ਕਿਹਾ ਜਾਵੇ ਸੂਰਜ ਵਾਂਗੂ ਤੇਰਾ ਚਿਹਰਾ ਚਮਕਦਾ ਹੈ, ਤਾਂ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਵੀ ਉਹ ਸੂਰਜ ਹੋ ਗਿਆ, ਉਹਦੇ ਵਾਂਗੂ ਚਮਕਦਾ ਹੈ, ਪਰ ਸੂਰਜ ਤਾਂ ਸਾੜਦਾ ਵੀ ਹੈ, ਇਹਦਾ ਮਤਲਬ ਤੂੰ ਵੀ ਸਾੜਦਾ ਫਿਰ ਬਈ। ਉਦਾਹਰਣ ਦਾ ਇੱਕ ਪੱਖ ਹੀ ਲਿਆ ਜਾਂਦਾ ਹੈ ਕਿ ਭਾਈ ਤੇਰੀਆਂ ਅੱਖਾਂ ਹਿਰਨ ਵਰਗੀਆਂ ਸੁੰਦਰ ਹਨ, ਉਹ ਆਖੇ ਤੂੰ ਮੈਨੂੰ ਜਾਨਵਰ ਬਣਾਉਣਾ, ਹਿਰਨ ਤਾਂ ਪਸ਼ੂ ਹੁੰਦਾ। ਉਹ ਕੇਵਲ ਇੱਕ ਪੱਖ ਲਿਆ ਗਿਆ ਸੁੰਦਰਤਾ ਵਰਣਨ ਕਰਨ ਵਾਸਤੇ। ਇਸੇ ਤਰ੍ਹਾਂ ਹੁਣ ਪੁਰਾਣਕ ਮਤਾਂ ਦੇ ਅਨੁਸਾਰ ਜਿਵੇਂ ਜਿਵੇਂ ਮੁਨੀਸ਼ਵਰਾਂ ਵਿੱਚ ਜਿਵੇਂ ਰਾਮਚੰਦਰ ਜੀ ਸ਼ੋਭਦੇ ਨੇ, ਜਿਵੇਂ ਦੇਵਤਿਆਂ ਦੇ ਵਿੱਚ ਰਾਜਾ ਇੰਦਰ ਬੈਠਾ ਸ਼ੋਭਦਾ ਹੈ, ਜੱਛਾਂ ਵਿੱਚ ਕੁਬੇਰ ਸ਼ੋਭਦਾ ਹੈ, ਇਸ ਤਰ੍ਹਾਂ ਸਿੰਘਾਂ ਵਿੱਚ ਬੈਠੇ ਕਲਗੀਧਰ ਸ਼ੋਭਨੀਕ ਹੁੰਦੇ ਹਨ। ਹਾਂਜੀ। ਧਰ ਕਟ ਖੜਗ ਹਾਥ ਤਨਕ ਤੀਰਾ। ਸਤਿਗੁਰਾਂ ਨੇ ਗਾਤਰੇ ਵਿੱਚ ਬੜੀ ਤਿੱਖੀ ਧਾਰ ਵਾਲੀ ਤਲਵਾਰ ਧਾਰਨ ਕੀਤੀ ਹੋਈ ਹੈ, ਔਰ ਹੱਥ ਦੇ ਵਿੱਚ ਧਨਖ ਹੈ, ਮੋਢੇ ਤੇ ਤੀਰਾਂ ਦਾ ਪੱਥਾ ਹੈ। ਕਹਿ ਜਾਦਵ ਪੁੰਜਨ ਕੇ ਸੈਤ। ਜਾਂ ਇਸ ਤਰ੍ਹਾਂ ਕਹਿ ਲਈਏ, ਫਿਰ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਯਾਦਵਾਂ ਦੀ ਕੁੱਲ ਵਿੱਚ, ਯਾਦਵਾਂ ਦੀ ਸਭਾ ਵਿੱਚ ਤੇਰੇ ਸ਼ਿਆਮ ਕਨ ਸੁੰਦਰ ਮਹਿਤ। ਯਾਦਵਾਂ ਦੀ ਸਭਾ 'ਚ ਭਗਵਾਨ ਕ੍ਰਿਸ਼ਨ ਜੀ ਬੈਠੇ ਸ਼ੋਭਦੇ ਨੇ, ਏਦਾਂ ਸਿੰਘਾਂ ਵਿੱਚ ਮਹਾਰਾਜ ਕਲਗੀਧਰ ਬਾਦਸ਼ਾਹ ਬੈਠੇ ਸ਼ੋਭਨੀਕ ਹੋ ਰਹੇ ਨੇ। ਕਿਰਪਾ ਕਟਾਛਨ ਤੇ ਅਵਲੋਕ। ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ, ਕਟਾਕਸ਼ ਕਹਿੰਦੇ ਨੇ ਨਿਗਾਹ ਨੂੰ, ਅੱਖਾਂ ਦੀਆਂ ਝਿਮੀਆਂ ਟੇਢੀਆਂ ਕਰਕੇ ਵੇਖਣ ਨੂੰ ਕਹਿੰਦੇ ਨੇ ਕਟਾਕਸ਼। ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ, ਕਟਾਕਸ਼ ਨਾਲ ਮਹਾਰਾਜ ਜੀ ਆਪਣੇ ਸੇਵਕਾਂ ਵੱਲ ਵੇਖਦੇ ਨੇ, ਤੇ ਜਿਸ ਵੱਲ ਵੀ ਵੇਖਦੇ ਹਨ ਕਰਤ ਚਿਨਕ ਮੈਂ ਦਾਸ ਅਸ਼ੋਕ। ਇੱਕ ਛਿਨ ਵਿੱਚ ਮਹਾਰਾਜ ਜੀ ਉਹਨਾਂ ਦੇ ਸ਼ੋਕ ਦੂਰ ਕਰ ਦਿੰਦੇ ਹਨ। ਵਿਦਵਾਨ ਜਨ ਦੱਸਦੇ ਨੇ ਜਦੋਂ ਜੰਗ ਦੇ ਮੈਦਾਨ ਵਿੱਚ ਸਿੰਘ ਜ਼ਖਮੀ ਹੁੰਦੇ ਸਨ, ਸ਼ਸਤਰਾਂ ਦੇ ਫੱਟ ਲੱਗਦੇ ਸਨ, ਉਹਨਾਂ ਨੂੰ ਸਾਲ ਪੱਤਰ ਸਤਿਗੁਰੂ ਜੀ ਆਪਣੇ ਹੱਥੀਂ ਵੰਡਦੇ। ਸ਼ਾਮ ਸਮੇਂ ਜਿੱਥੇ ਜਿੱਥੇ ਉਹਨਾਂ ਜ਼ਖਮੀ ਸਿੰਘਾਂ ਹੋਣਾ, ਸਤਿਗੁਰਾਂ ਨੇ ਜਾ ਕੇ ਉਹਨਾਂ ਵੱਲ ਵੇਖਣਾ। ਜਦੋਂ ਵੇਖਣਾ ਤੇ ਵੇਖਣ ਭਰ ਦੇ ਦੇਰੀ ਦੇ ਨਾਲ ਹੀ, ਕੁਝ ਸਮੇਂ ਤੋਂ ਹੀ ਨਾਲ ਹੀ ਵੇਖਦਿਆਂ, ਉਹਨਾਂ ਜਿੰਨੇ ਸਿੰਘਾਂ ਦੀ ਜ਼ਖਮਾਂ ਦੀ ਤਰਾਟ ਹੁੰਦੀ ਸੀ, ਦਰਦ ਹੁੰਦੀ ਸੀ, ਉਹ ਦਰਦ ਨਿਰਵਿਰਤ ਹੋ ਜਾਂਦੀ ਸੀ। ਇਹੋ ਜੀ ਦ੍ਰਿਸ਼ਟੀ ਵਿੱਚ ਕਲਾ ਸੀ ਸਤਿਗੁਰਾਂ ਦੇ। ਤੋ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਸਿੰਘਾਂ ਵੱਲ ਵੇਖਦੇ, ਜਿਸ ਵੱਲ ਵੇਖਦੇ ਨੇ ਉਹਦੇ ਸ਼ੋਕ ਹਰ ਲੈਂਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਪਾਤਸ਼ਾਹ ਦੀ ਕਿਰਪਾ ਭਰੀ ਸਵੱਲੀ ਦ੍ਰਿਸ਼ਟੀ ਜਿਸ ਤੇ ਵੀ ਪੈਂਦੀ ਹੈ, ਉਹਦੇ ਦੁੱਖ ਹਰੇ ਜਾਂਦੇ ਹਨ। ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਹੈ, ਜਿਸ ਵੱਲ ਵੇਖਦੇ ਨੇ ਲੋਹਾ ਵੀ ਲਾਲ ਹੋ ਜਾਂਦਾ ਹੈ। ਹਾਂਜੀ। ਸ਼ੁਭੇ ਉਪਦੇਸ਼ ਦੇਤ ਸਭ ਕਾਹੂ। ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਸ਼ੁਭ ਉਪਦੇਸ਼ ਦਿੰਦੇ ਆ, ਭਗਤੀ ਭਾਵਨਾ ਦਾ ਅੰਮ੍ਰਿਤਮਈ ਉਪਦੇਸ਼ ਦਿੰਦੇ, ਜਿਹਦੇ ਵਿੱਚ ਭਗਤੀ ਹੈ, ਜਿਹਦੇ ਵਿੱਚ ਗਿਆਨ ਹੈ। ਐਸਾ ਸ਼ੁਭ ਉਪਦੇਸ਼ ਮਹਾਰਾਜ ਜੀ ਸਭ ਨੂੰ ਬਖਸ਼ਦੇ ਨੇ। ਜਥਾ ਕਪਲ ਮੁਨੀ ਨਿਜ ਸਿੱਖ ਮਾਉ। ਕਹਿੰਦੇ ਜਿਵੇਂ ਕਪਲ ਮੁਨੀ ਜੀ
ਆਪਣੇ ਸਿੱਖਾਂ ਦੇ ਵਿੱਚ ਬੈਠੇ ਆਪਣੇ ਸੇਵਕਾਂ ਨੂੰ ਕਪਿਲ ਮੁਨੀ ਜੀ ਉਪਦੇਸ਼ ਦਿੰਦੇ ਹਨ। ब्रह्म ज्ञान को करते उच्चारण। ਇਸ ਤਰ੍ਹਾਂ ਕਲਗੀਧਰ ਜੀ ਆਪਣੇ ਸਿੱਖਾਂ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦੇ ਨੇ, ਆਪਣੇ ਸਿੰਘਾਂ ਨੂੰ ਬ੍ਰਹਮ ਦੇ ਗਿਆਨ ਦਾ ਸਾਖਸ਼ਾਤਕਾਰ ਹੋਣ ਦਾ ਉਪਦੇਸ਼ ਦਿੰਦੇ ਹਨ। जिम चतुरानन केवल कारण। ਜਾਂ ਇਸ ਤਰ੍ਹਾਂ ਕਹਿ ਲਈਏ ਚਤੁਰਾਨਨ ਬ੍ਰਹਮਾ ਜੀ ਮੁਕਤੀ ਲਈ जै कै सेवक होत सहाई। ਕਹਿੰਦੇ ਉਹ ਗਿਆਨ ਦਿੰਦੇ ਆ। ਇਸ ਤਰ੍ਹਾਂ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਗਿਆਨ ਦਿੰਦੇ, ਆਪਣੇ ਸੇਵਕਾਂ ਦੀ ਸਹਾਇਤਾ ਕਰਦੇ ਨੇ। जिम पद्मापति तूरन ताई। ਕਹਿੰਦੇ ਜਿਵੇਂ ਪਦਮਾਪਤੀ ਬ੍ਰਹਮਾ ਜੀ ਵੀ, ਉਹਨਾਂ ਬਾਰੇ ਇਹ ਮੰਨਿਆ ਜਾਂਦਾ ਪੁਰਾਣਕ ਮੱਤ ਹੈ ਵੀ ਜਿੱਥੇ ਕੋਈ ਉਹਨਾਂ ਦਾ ਸੇਵਕ ਉਹਨਾਂ ਨੂੰ ਧਿਆਉਂਦਾ ਹੈ, ਕੋਈ ਆਤਮ ਗਿਆਨ ਦੀ ਕਾਂਖਾ ਰੱਖ ਕੇ, ਤੇ ਬ੍ਰਹਮਾ ਜੀ ਉਹਨਾਂ ਕੋਲ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ, ਉਹਨਾਂ ਨੂੰ ਆਤਮ ਗਿਆਨ ਦਿੰਦੇ ਨੇ। आनंद आत्म में निश्चा निस दिन। ਇਸ ਤਰ੍ਹਾਂ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਵੀ ਆਤਮ ਗਿਆਨ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦੇ। ਆਨੰਦ ਆਤਮਾ ਦੇ ਵਿੱਚ ਜਿਹੜਾ ਭਾਰੀ ਨਿਸ਼ਚਾ ਹੈ ਰਾਤ ਦਿਨ, जथा अडोल शंभू को दृढ़ मन। ਕਹਿੰਦੇ ਜਿਵੇਂ ਸ਼ਿਵ ਜੀ ਦਾ ਧਿਆਨ ਆਪਣੇ ਉਸ ਆਨੰਦ ਆਤਮ ਸਰੂਪ ਦੇ ਵਿੱਚ ਦ੍ਰਿੜ ਰਹਿੰਦਾ ਹੈ, ਏਦਾਂ ਸਤਿਗੁਰੂ ਆਪਣੇ ਸੇਵਕਾਂ ਦੇ ਹਿਰਦਿਆਂ ਵਿੱਚ ਆਨੰਦ ਆਤਮਾ ਦਾ ਸਰੂਪ ਦ੍ਰਿੜ ਕਰਾਉਂਦੇ ਹਨ। कविता कर्ण चैत सम बसाया। ਕਹਿੰਦੇ ਬਿਆਸ ਦੇ ਸਮਾਨ ਕਵਿਤਾ ਰਚਨ ਵਿੱਚ ਸਮਰੱਥ ਨੇ ਗੁਰੂ ਕੇ ਸਿੱਖ। रचे ग्रंथ बरने इतिहासा। ਕਈ ਤਰ੍ਹਾਂ ਦੇ ਗ੍ਰੰਥ ਰਚੇ, ਇਤਿਹਾਸ ਵਰਣਨ ਹੋਇਆ। तनक विद्या में प्रीत निभाई। ਕਹਿੰਦੇ ਜਿਵੇਂ ਅਰਜਨ ਨੇ ਦੁਆਪਰ ਯੁੱਗ ਦੇ ਵਿੱਚ ਧਨਖ ਵਿਦਿਆ ਦੇ ਨਾਲ ਪ੍ਰੀਤ ਕੀਤੀ, जिम अर्जन सगरी बहमाई। ਸਾਰੀ ਜ਼ਿੰਦਗੀ ਵਿੱਚ ਅਰਜਨ ਨੇ ਕਹਿੰਦੇ ਧਨਖ ਵਿਦਿਆ ਨਾਲ ਪ੍ਰੀਤ ਕੀਤੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਧਨਖ ਵਿਦਿਆ ਦੇ ਮਹਾਨ ਮਾਰਤੰਡ ਵਿਦਵਾਨ ਹਨ। ਅਰਜਨ ਵੀ ਮੇਰੇ ਸਾਹਿਬ ਦੀ ਧਨਖ ਵਿਦਿਆ ਦੇ ਸਾਹਮਣੇ ਤੁੱਛ ਹੈ। दय कवियन को दान कनेरो। ਸਤਿਗੁਰਾਂ ਦੇ ਪਾਸ ਬੜੇ ਬੜੇ ਵਿਦਵਾਨ ਆਲਮ ਕਵੀ ਆਉਂਦੇ ਨੇ, ਉਹਨਾਂ ਕਵੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਨ ਬਖਸ਼ਦੇ ਨੇ। ਪਿੱਛੇ ਕਵੀਆਂ ਦੇ ਦਰਬਾਰ ਦਾ ਪ੍ਰਸੰਗ ਆਪਾਂ ਵਿਚਾਰਿਆ ਹੈ। ਜਦੋਂ ਕਵੀ ਮੇਰੇ ਸਾਹਿਬ ਦੀ ਸਭਾ ਵਿੱਚ ਆਉਂਦੇ ਆ ਤੇ ਕਵੀ ਲਿਖਦਾ ਹੈ, ਕਹਿੰਦਾ ਰਾਜੇ ਭੋਜ ਦੇ ਕੋਲ ਤਾਂ ਕਦੇ ਕਦੇ ਮੌਜ ਹੁੰਦੀ ਸੀ। ਰਾਜਾ ਭੋਜ ਹੋਇਆ ਬੜਾ ਪ੍ਰਸਿੱਧ। ਅੱਜ ਵੀ ਲੋਕ ਕਹਾਵਤ ਸੁਣਾਉਂਦੇ ਆ ਨਾ, ਤਾਂ ਕਹਿੰਦੇ ਆ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਰਾਜਾ ਭੋਜ ਬੜਾ ਦਾਨੀ ਹੋਇਆ, ਉਹ ਕਦੇ ਕਦੇ ਮੌਜ ਵਿੱਚ ਆਉਂਦਾ ਸੀ ਤੇ ਦਾਨ ਕਰਦਾ ਸੀ ਖੁੱਲਾ। ਤੇ ਕਵੀ ਕਹਿੰਦਾ ਮਹਾਰਾਜ ਜੀ ਦਾ, ਕਹਿੰਦਾ ਉਹ ਤਾਂ ਕਦੇ ਕਦੇ ਮੌਜ ਵਿੱਚ ਆਉਂਦਾ ਸੀ, ਇੱਥੇ ਕਲਗੀਧਰ ਦੇ ਦਰਬਾਰ ਵਿੱਚ ਹਰ ਵੇਲੇ ਅੱਠੇ ਪੈਰ, ਜਿਹੜੇ ਸਮੇਂ ਜਿਸ ਵੀ ਸਮੇਂ ਕੋਈ ਆ ਜੇ, ਇੱਥੇ ਭੋਜ ਵਰਗੀ ਮੌਜ ਰੋਜ਼ ਹੀ ਲੱਗੀ ਰਹਿੰਦੀ ਹੈ। ਕਹਿੰਦਾ ਇੱਕ ਕਵਿਤਾ ਸੁਣਾ ਕੇ ਇੱਕ ਹਾਥੀ ਦਾਨ ਚ ਲੈ ਕੇ ਜਾਈਦਾ, ਉਹ ਘਰ ਬੰਨ ਕੇ ਆਈਦਾ, ਦੂਸਰੇ ਦਿਨ ਦੂਜਾ ਲੈਣ ਆ ਜਾਈਦਾ। ਐਡੇ ਵੱਡੇ ਦਾਨੀ ਨੇ। ਇੱਕ ਹਾਥੀ ਕਵਿਤਾ ਸੁਣਾ ਕੇ ਮਹਾਰਾਜ ਜੀ ਕੋਲੋਂ ਦਾਨ ਮਿਲਦਾ, ਉਹ ਘਰ ਬੰਨਣ ਜਾਈਦਾ ਤੇ ਅਗਲੇ ਦਿਨ ਫਿਰ ਦੂਜਾ ਲੈਣ ਆ ਜਾਈਦਾ। ਤੋ ਇਸ ਤਰ੍ਹਾਂ ਸਤਿਗੁਰੂ ਆਪਣੇ ਕਵੀਆਂ ਨੂੰ ਬੜਾ ਦਾਨ ਮਾਨ ਦਿੰਦੇ ਆ। ਉਹਨਾਂ ਵੇਲਿਆਂ ਵਿੱਚ ਕਵੀ ਕੰਕਣ ਟਹਿਕਣ ਵਰਗਿਆਂ ਨੂੰ 60-60 ਹਜ਼ਾਰ ਰੁਪਈਆ ਦੇ ਕੇ ਮਹਾਭਾਰਤ ਦੇ ਪਰਵਾਂ ਦਾ ਸਤਿਗੁਰਾਂ ਅਨੁਵਾਦ ਕਰਾਇਆ ਕਿ ਮੇਰੇ ਸਿੱਖਾਂ ਦੇ ਕੋਲ ਵਿਦਿਆ ਵੀ ਹੋਵੇ, ਕਿਉਂਕਿ ਪਾਤਸ਼ਾਹ ਆਪਣੇ ਖਾਲਸੇ ਨੂੰ ਸ਼ਸਤਰ ਤੇ ਸ਼ਾਸਤਰ ਦੋਨਾਂ ਦਾ ਧਾਰਨੀ ਬਣਾਉਣਾ ਚਾਹੁੰਦੇ ਸਨ ਕਿ ਕੱਲਾ ਸ਼ਸਤਰਧਾਰੀ ਹੋਵੇਗਾ, ਸ਼ਾਸਤਰ ਦਾ ਗਿਆਨ ਨਾ ਹੋਵੇਗਾ ਤਾਂ ਵੀ ਸਮੱਸਿਆ ਸੀ ਨਾ। ਸ਼ਾਸਤਰ ਵਿਦਿਆ ਵੀ ਹੋਣੀ ਚਾਹੀਦੀ ਹੈ ਖਾਲਸੇ ਕੋਲ। ਇਸੇ ਕਰਕੇ ਉਹਨਾਂ ਕਵੀਆਂ ਨੂੰ ਉਹਨਾਂ ਵੇਲਿਆਂ ਦੇ ਵਿੱਚ ਇੰਨੀ ਮਾਇਆ ਦੇ ਕੇ ਮਹਾਭਾਰਤ ਦੇ ਪਰਵਾਂ ਦਾ ਮਹਾਰਾਜ ਜੀ ਨੇ ਅਨੁਵਾਦ ਕਰਾਇਆ। ਤੋ ਬੜੇ ਬੜੇ ਕਵੀ ਇੱਥੇ ਹਜੂਰ ਸਾਹਿਬ ਵੀ ਮਹਾਰਾਜ ਜੀ ਕੋਲ ਆਉਂਦੇ ਆ। ਸਤਿਗੁਰੂ ਜੀ ਉਹਨਾਂ ਕਵੀਆਂ ਨੂੰ ਕਨੇਰਾ ਦਾਨ ਬਖਸ਼ਦੇ ਹਨ। ਮੁਕਤਾ ਹੀਰੇ ਚੀਰ ਅਛੇਰੋ, ਬੜੇ ਬੜੇ ਕੀਮਤੀ ਮੋਤੀ ਹੀਰੇ, ਸੋਹਣੇ ਕੱਪੜੇ ਬਸਤਰ
ਉਹ ਮਹਾਰਾਜ ਜੀ ਆਪਣੇ ਕਵੀਆਂ ਨੂੰ ਦਾਨ ਕਰਦੇ ਹਨ। ਪਾਵਨ ਕਵੀ ਸਮੀਪ ਹੀ ਰਹੇ। ਜਿਹੜੇ 52 ਕਵੀ ਨੇ ਨਾ ਸਤਿਗੁਰਾਂ ਦੇ, ਉਹ ਇੱਥੇ ਹਜੂਰ ਸਾਹਿਬ ਵੀ ਨਾਲ ਹੀ ਰਹਿੰਦੇ ਆ ਸਤਿਗੁਰਾਂ ਦੇ। ਉਹ ਇੱਥੇ ਸਾਰੇ ਜਦੋਂ ਮਹਾਰਾਜ ਜੀ ਇੱਥੇ ਆਏ ਤਾਂ ਇੱਥੇ ਪਹੁੰਚ ਕੇ ਸਤਿਗੁਰਾਂ ਦੇ ਕੋਲ, ਸਤਿਗੁਰਾਂ ਦੇ ਨਾਲ ਹੀ ਰਹਿੰਦੇ ਮਹਾਰਾਜ ਜੀ ਦੀ ਸੰਗਤ ਵਿੱਚ। ਪਾਇਓ ਦਰਬ ਕਿਤਕ ਚਿਤ ਚਾਹੇ। ਜਿੰਨਾ ਕਿਸੇ ਦੇ ਮਨ ਵਿੱਚ ਚਾਹੁਣਾ ਸੀ ਨਾ ਕਿ ਸਾਨੂੰ ਧਨ ਚਾਹੀਦਾ ਸਤਿਗੁਰਾਂ ਕੋਲੋਂ, ਓਨੀ ਮਾਇਆ ਦੇ ਖੁੱਲੇ ਗੱਫੇ ਮਹਾਰਾਜ ਜੀ ਦੇ ਕੋਲੋਂ ਇਹਨਾਂ ਵਿਦਵਾਨ ਕਵੀਆਂ ਨੂੰ ਪ੍ਰਾਪਤ ਹੋਏ, ਕਿਉਂਕਿ ਲੋੜਵੰਦ ਸਨ। ਵਿਦਿਆ ਦੀ ਕਦਰ ਕਿਤੇ ਹੋਰ ਪੈਂਦੀ ਨਹੀਂ ਸੀ। ਕਲਗੀਧਰ ਪਾਤਸ਼ਾਹ ਵਿਦਿਆ ਦੇ ਕਦਰਦਾਨੀ ਸਨ। ਕੋਈ ਸੂਰਮਾ ਆਵੇ ਤੇ ਉਹਦੀ ਸੂਰਮਤਾਈ ਦੀ ਕਦਰ ਕਰਦੇ ਨੇ, ਕੋਈ ਵਿਦਵਾਨ ਆਉਂਦਾ ਤਾਂ ਉਹਦੀ ਵਿਦਿਆ ਦੀ ਕਦਰ ਕਰਦੇ ਆ, ਕੋਈ ਸੰਗੀਤ ਦਾ ਆਚਾਰਿਆ ਆਉਂਦਾ ਤਾਂ ਉਹਦੇ ਸੰਗੀਤ ਦੀ ਕਦਰ ਕਰਦੇ ਨੇ। ਮਹਾਰਾਜ ਜੀ ਕਦਰ ਕਰਦੇ ਆ ਗੁਣਾਂ ਦੀ। ਇਸ ਕਰਕੇ ਬੜੇ ਬੜੇ ਵਿਦਵਾਨ ਕਵੀ 52 ਕਵੀ ਮਹਾਰਾਜ ਜੀ ਦੇ ਕੋਲ ਨੇ, ਔਰ ਉਹ ਸਤਿਗੁਰਾਂ ਕੋਲੋਂ ਖੁੱਲਾ ਧਨ ਜਿੰਨਾ ਉਹਨਾਂ ਨੂੰ ਚਾਹੀਦਾ ਪ੍ਰਾਪਤ ਕਰਦੇ ਹਨ। ਭਾਰਤ ਆਦਿਕ ਗ੍ਰੰਥ ਬਣਾਏ। ਮਹਾਕਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਜਿਹੜੇ ਮਹਾਭਾਰਤ ਦੇ ਕਈ ਪਰਵਾਂ ਦਾ ਅਨੁਵਾਦ ਸਤਿਗੁਰੂ ਜੀ ਨੇ ਉਹਨਾਂ ਕਵੀਆਂ ਦੇ ਕੋਲੋਂ ਕਰਾਇਆ। ਕਵੀ ਟਹਿਕਣ ਜੀ ਦੇ ਜਾਂ ਕਵੀ ਕੰਕਣ ਜੀ ਹੋਣਾ ਦੇ ਕੀਤੇ ਕੁਝ ਅਨੁਵਾਦ ਮਿਲਦੇ ਹਨ, ਹਸਤ ਲਿਖਤ ਨੇ, ਉਹ ਛਪ ਨਹੀਂ ਸਕੇ ਬਾਅਦ ਵਿੱਚ, ਪਰ ਹਸਤ ਲਿਖਤ ਕੁਝ ਮਹਾਭਾਰਤ ਦੇ ਜਿਹੜੇ ਪਰਵਾਂ ਦੇ ਅਨੁਵਾਦ ਨੇ ਉਹ ਪੰਜਾਬੀ ਯੂਨੀਵਰਸਿਟੀ ਲਾਇਬ੍ਰੇਰੀ ਵਿੱਚ ਕੁਝ ਸਮਾਂ ਪਹਿਲਾਂ ਮੈਂ ਦਰਸ਼ਨ ਕੀਤੇ ਸਨ। ਤੋ ਇਸ ਪ੍ਰਕਾਰ ਨਾਲ ਉਹ ਕੁਝ ਕੁ ਪਰਵ ਜਿਹੜੇ ਨੇ ਹੁਣ ਵੀ ਮੌਜੂਦ ਨੇ, ਉਹ ਮਿਲਦੇ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਨਿਗਾਹ ਥੱਲਿਓਂ ਉਹ ਮਹਾਭਾਰਤ ਦੇ ਪਰਵਾਂ ਦਾ ਅਨੁਵਾਦ ਨਿਕਲਿਆ ਹੈ, ਕਿਉਂਕਿ ਬਹੁਤ ਕੁਝ ਤਾਂ ਸਰਸਾ ਨਦੀ ਦੀ ਭੇਟ ਹੋ ਗਿਆ ਸੀ, ਪਰ ਫਿਰ ਵੀ ਬਹੁਤ ਕੁਝ ਕਵੀਆਂ ਦਾ ਲਿਖਿਆ ਜਿਹੜਾ ਕਲਗੀਧਰ ਪਾਤਸ਼ਾਹ ਨੇ ਲਿਖਵਾਇਆ ਸੀ, ਉਹ ਹੁਣ ਵੀ ਮੌਜੂਦ ਹੈ, ਹੁਣ ਵੀ ਮਿਲ ਜਾਂਦਾ ਹੈ। ਤੋ ਭਾਰਤ ਦਾ ਇੱਥੇ ਅਰਥ ਹੈ ਮਹਾਭਾਰਤ। ਮਹਾਭਾਰਤ ਬੜਾ ਵੱਡਾ ਵਿਸ਼ਾਲ ਗ੍ਰੰਥ ਹੈ, ਔਰ ਉਹਦੇ ਅਨੁਵਾਦ ਕਿਉਂਕਿ ਉਹ ਸੰਸਕ੍ਰਿਤ ਵਿੱਚ ਸੀ, ਮਹਾਰਾਜ ਜੀ ਨੇ ਉਹਦਾ ਅਨੁਵਾਦ ਬ੍ਰਿਜ ਭਾਸ਼ਾ 'ਚ ਕਵੀਆਂ ਕੋਲੋਂ ਕਰਵਾਇਆ, ਤਾਂ ਜੋ ਸਿੰਘ ਜਿਹੜੇ ਨੇ ਉਹ ਪੜ੍ਹ ਸਕਣ, ਬ੍ਰਿਜ ਭਾਸ਼ਾ ਵਿੱਚ ਸੁਖੈਨ ਢੰਗ ਦੇ ਨਾਲ ਪੜ੍ਹ ਕੇ ਉਹਦਾ ਗਿਆਨ ਹਾਸਲ ਕਰ ਸਕਣ ਕਿ ਮਹਾਭਾਰਤ ਦੇ ਨਾ ਪਰਵਾਂ ਵਿੱਚ ਕੀ ਹੈ। ਛੰਦ ਬੰਦ ਗੁਨੀਅਨ ਮਨ ਪਾਏ। ਬੜੇ ਬੜੇ ਸੋਹਣੇ ਛੰਦ, ਉਹਨਾਂ ਦੀ ਜਿਹੜੀ ਬੰਦ ਰਚਨਾ ਹੈ ਉਹ ਮਹਾਰਾਜ ਜੀ ਨੂੰ ਬੜੀ ਚੰਗੀ ਲੱਗਦੀ। ਜਦੋਂ ਕਵੀ ਉਹ ਸੋਹਣੇ ਛੰਦ ਬੰਦ ਬਣਾਉਂਦੇ ਆ ਤਾਂ ਮਹਾਰਾਜ ਜੀ ਨੂੰ ਪਸੰਦ। ਸਤਿਗੁਰੂ ਜੀ ਵੀ ਸੁੰਦਰ ਛੰਦ ਬੰਦ ਰਚਦੇ। ਸਰਬਲੋ ਗ੍ਰੰਥ ਦੀ ਰਚਨਾ ਮਹਾਰਾਜ ਜੀ ਨੇ ਸ੍ਰੀ ਹਜੂਰ ਸਾਹਿਬ ਵੀ ਕੀਤੀ ਹੈ, ਕਲਗੀਧਰ ਜੀ ਵੀ ਸੋਹਣੇ ਛੰਦ ਰਚਦੇ ਨੇ। ਬੜੇ ਬੜੇ ਕਬਾਲ ਦੇ ਸੁੰਦਰ ਛੰਦ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਮਹਾਰਾਜ ਜੀ ਨੇ 300 ਤੋਂ ਵੱਧ ਭਾਸ਼ਾਵਾਂ ਦਾ ਵਰਣਨ ਕੀਤਾ ਸਰਬਲੋ ਗ੍ਰੰਥ 'ਚ, ਤੇ 300 ਤੋਂ ਹੀ ਵੱਧ ਰਾਗਾਂ ਦਾ ਮਹਾਰਾਜ ਜੀ ਨੇ ਜ਼ਿਕਰ ਕੀਤਾ। ਏਡੇ ਵੱਡੇ ਸਤਿਗੁਰੂ ਜੀ ਰਾਗਾਂ ਦੇ ਵੀ ਮਾਹਰ ਨੇ, ਸੰਗੀਤ ਦੇ ਕਲਗੀਧਰ ਜੀ। ਤੋ ਉੱਥੇ ਸਤਿਗੁਰਾਂ ਨੇ ਵੀ ਬੜੇ ਸੁੰਦਰ ਛੰਦ ਰਚੇ ਨੇ, ਔਰ ਜਿਹੜੇ ਵਿਦਵਾਨ ਕਵੀ ਨੇ ਉਹ ਵੀ ਸੁੰਦਰ ਛੰਦ ਰਚਦੇ ਹਨ। ਜਥਾ ਬਿਕਰਮਾਜੀਤ ਉਦਾਰਾ। ਇੱਕ ਰਾਜਾ ਬਿਕਰਮਾਜੀਤ ਹੋਇਆ, ਬੜਾ ਧਰਮੀ ਰਾਜਾ ਸੀ। ਉਹਦੇ ਨਾਂ ਤੇ ਆਪਣੇ ਹਿੰਦੁਸਤਾਨ 'ਚ ਬਿਕਰਮੀ ਸੰਮਤ ਚੱਲਦਾ ਹੈ। ਕਹਿੰਦੇ ਉਹ ਬੜਾ ਵਿਦਵਾਨ ਸੀ ਤੇ ਉਦਾਰ ਹਿਰਦੇ ਵਾਲਾ ਸੀ। ਦਿਓ ਦਾਨ ਤਿਮ ਜਸ ਬਿਸਤਾਰਾ। ਬੜਾ ਦਾਨੀ ਸੀ, ਬੜੇ ਬੜੇ ਵਿਦਵਾਨ ਆਪਣੇ ਕੋਲ ਰੱਖਦਾ ਸੀ, ਔਰ ਉਹਨਾਂ ਵਿਦਵਾਨਾਂ ਨੂੰ ਉਹ ਦਾਨ ਕਰਿਆ ਕਰਦਾ ਸੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਮਹਾਨ ਉਦਾਰਤਾ ਦੇ ਮਾਲਕ ਨੇ, ਔਰ ਹਮੇਸ਼ਾ ਵਿਦਵਾਨਾਂ ਦੀ ਕਦਰ ਕਰਕੇ ਉਹਨਾਂ ਵਿਦਵਾਨਾਂ ਨੂੰ ਦਾਨ ਕਰਦੇ ਨੇ। ਸਤਿਗੁਰ ਕੇ ਗੁਣ ਕਵੀਨ ਬਖਾਨੇ। ਬੜੇ ਬੜੇ ਕਵੀ ਆਉਂਦੇ ਆ, ਸਤਿਗੁਰਾਂ ਦੇ ਗੁਣਾਂ ਨੂੰ ਵਰਣਨ ਕਰਦੇ ਨੇ। ਕਲਗੀਧਰ ਜੀ ਦੇ ਗੁਣ ਗਾਇਨ ਕਰਦੇ, ਸਤਿਗੁਰਾਂ ਦੀ ਸੋਭਾ ਵਰਣਨ ਕਰਦੇ। ਪਿੱਛੇ ਆਪਾਂ ਤਕਰੀਬਨ ਜਿਹੜੇ ਛੰਦ ਮਿਲਦੇ ਨੇ ਕਲਗੀਧਰ ਦੇ ਕਵੀਆਂ ਦੇ ਉਚਾਰਨ ਕੀਤੇ ਹੋਏ, ਉਹਨਾਂ ਛੰਦਾਂ ਦਾ ਵੇਰਵਾ ਪਿੱਛੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੇ ਆਏ ਨੇ। ਉਹ ਆਪਾਂ ਪਿੱਛੇ ਕਵੀ ਦਰਬਾਰ ਦੇ ਜਿਹੜੇ ਪ੍ਰਸੰਗ ਸਨ ਉਹ ਵਿਚਾਰੇ ਹੋਏ ਨੇ। ਫਿਰ ਵੀ ਜੇ ਕਿਸੇ ਮਾਈ ਭਾਈ ਨੇ ਪੜ੍ਹਨੇ ਹੋਣ ਕਲਗੀਧਰ ਜੀ ਦੇ ਕਵੀਆਂ ਵੱਲੋਂ ਲਿਖੇ ਹੋਏ ਕਲਗੀਧਰ ਦੇ ਛੰਦ,
ਜਿਹੜੇ 10ਵੇਂ ਪਾਤਸ਼ਾਹ ਜੀ ਦੀ ਸਿਫਤ ਵਿੱਚ ਲਿਖੇ ਨੇ। ਉਹ ਛੰਦ ਡਾਕਟਰ ਭਾਈ ਵੀਰ ਸਿੰਘ ਜੀ ਨੇ, ਉਹ ਜਿੰਨੇ ਕਵੀਆਂ ਦੇ ਪ੍ਰਸੰਗ ਮਿਲਦੇ ਹੈ, ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਦੇ ਵਿੱਚ ਕਵੀ ਦਰਬਾਰ ਨਾਮ ਦਾ ਇੱਕ ਪ੍ਰਸੰਗ ਲਿਖਿਆ, ਔਰ ਉਹਦੇ ਵਿੱਚ ਉਹਨਾਂ ਸਾਰੇ ਕਵੀਆਂ ਦਾ ਉਚਾਰਨ ਕੀਤਾ ਹੋਇਆ ਜੋ ਕੁਝ ਵੀ ਮਿਲਦਾ ਹੈ ਉਹ ਭਾਈ ਵੀਰ ਸਿੰਘ ਜੀ ਨੇ ਸਾਂਭਿਆ। ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਕਵੀ ਸ਼ਾਰਦਾ, ਕਵੀ ਸੁਦਾਮਾ, ਏਦਾਂ ਮਹਾਰਾਜ ਜੀ ਦੇ ਕਵੀ ਸਨ। ਕਵੀ ਹੀਰ ਸੀ, ਕਵੀ ਕੰਕਣ, ਕਵੀ ਟਹਿਕਣ, ਕਵੀ ਚੰਦਨ। ਤੋ ਇਹਨਾਂ ਨੇ ਮਹਾਰਾਜ ਜੀ ਦੀ ਸਿਫਤ ਵਿੱਚ ਬੜੇ ਬੜੇ ਸੋਹਣੇ ਛੰਦ ਉਚਾਰੇ ਨੇ, ਜਿਹੜੇ ਸ੍ਰੀ ਹਜ਼ੂਰ ਸਾਹਿਬ ਵੀ ਆਉਂਦੇ। ਮਹਾਰਾਜ ਜੀ ਦਾ ਇੱਕ ਕਵੀ ਹੋਇਆ ਜਿਹਨੇ ਸਭ ਤੋਂ ਪਹਿਲਾਂ ਕਲਗੀਧਰ ਦੀ ਜੀਵਨੀ ਲਿਖੀ, 10ਵੇਂ ਪਾਤਸ਼ਾਹ ਦੀ। ਬਚਿੱਤਰ ਨਾਟਕ ਮਹਾਰਾਜ ਜੀ ਨੇ ਆਪਣੀ ਸਵੈ ਜੀਵਨੀ ਲਿਖੀ ਹੈ ਕਲਗੀਧਰ ਜੀ ਨੇ। ਉਹਦੇ ਵਿੱਚ ਕੇਵਲ ਕੁਝ ਕੁ ਜੰਗਾਂ ਦਾ ਮਹਾਰਾਜ ਜੀ ਨੇ ਵੇਰਵਾ ਦਿੱਤਾ, ਸਾਰੀ ਕਥਾ ਨਹੀਂ ਲਿਖੀ। ਬਾਕੀ ਜਿਹੜੀ ਕਥਾ ਸੀ ਉੱਥੋਂ ਉਹਨੂੰ ਸੰਪੂਰਨ ਕਰਨ ਦਾ ਯਤਨ ਕੀਤਾ ਮਹਾਰਾਜ ਜੀ ਦੇ ਕਵੀ ਨੇ। ਉਸ ਕਵੀ ਦਾ ਨਾਮ ਸੀ ਕਵੀ ਸੈਨਾਪਤੀ। ਕਵੀ ਸੈਨਾਪਤੀ ਨੇ ਸਭ ਤੋਂ ਪਹਿਲਾਂ ਕਲਗੀਧਰ ਜੀ ਦੀ ਜੀਵਨੀ, ਜੋ ਮਹਾਰਾਜ ਜੀ ਦੇ 52 ਕਵੀਆਂ ਚੋਂ ਸਤਿਗੁਰਾਂ ਦਾ ਸਮਕਾਲੀ ਕਵੀ ਹੈ, ਜਿਸ ਪੁਸਤਕ ਨੂੰ ਤੁਸੀਂ ਸਭ ਤੋਂ ਪ੍ਰਮਾਣਿਕ ਪੁਸਤਕ ਮੰਨ ਸਕਦੇ ਹੋ ਗੁਰੂ ਕਲਗੀਧਰ ਦੇ ਇਤਿਹਾਸ ਦੀ, ਕਿਉਂਕਿ ਕਲਗੀਧਰ ਦੇ ਕੋਲ ਰਹਿ ਕੇ ਜੋ ਵੇਖਿਆ ਉਹਨਾਂ ਨੇ ਉਹ ਲਿਖਿਆ। ਉਸ ਪੁਸਤਕ ਦਾ ਨਾਮ ਹੈ ਸ਼੍ਰੀ ਗੁਰ ਸੋਭਾ। ਉਸ ਤੋਂ ਬਾਅਦ ਫਿਰ ਗੁਰਬਿਲਾਸ ਪਾਤਸ਼ਾਹੀ 10ਵੀਂ, ਉਹ ਭਾਈ ਕੋਇਰ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸੁਣ ਕੇ ਲਿਖਿਆ। ਫਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਹੋਏ ਹੈਡ ਗ੍ਰੰਥੀ ਗਿਆਨੀ ਸੁੱਖਾ ਸਿੰਘ ਜੀ, ਉਹਨਾਂ ਨੇ ਫਿਰ ਉਹਦੇ ਤੋਂ ਥੋੜਾ ਜਿਹਾ ਹੋਰ ਵਾਧਾ ਕਰਕੇ ਇੱਕ ਦੂਸਰਾ ਗੁਰਬਿਲਾਸ ਪਾਤਸ਼ਾਹੀ 10ਵੀਂ ਲਿਖਿਆ। ਉਹ ਗੁਰਬਿਲਾਸ ਪਾਤਸ਼ਾਹੀ 10ਵੀਂ ਭਾਈ ਸੁੱਖਾ ਸਿੰਘ ਜੀ ਹੋਣਾ ਨੇ ਲਿਖਿਆ। ਏਦਾਂ ਇਹ ਪੁਰਾਤਨ ਪੁਸਤਕਾਂ ਕਲਗੀਧਰ ਜੀ ਦੇ ਇਤਿਹਾਸ ਦੀਆਂ ਸ਼੍ਰੀ ਗੁਰ ਸੋਭਾ, ਗੁਰਬਿਲਾਸ ਪਾਤਸ਼ਾਹੀ 10ਵੀਂ, ਕੋਇਰ ਸਿੰਘ, ਦੂਸਰਾ ਗੁਰਬਿਲਾਸ ਪਾਤਸ਼ਾਹੀ 10ਵੀਂ, ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ। ਉਸ ਤੋਂ ਬਾਅਦ ਫਿਰ ਮਹਿਮਾ ਪ੍ਰਕਾਸ਼ ਆਦਿਕ ਗ੍ਰੰਥ ਜੋ ਸਤਿਗੁਰਾਂ ਦੇ ਇਤਿਹਾਸ ਦੇ, ਫਿਰ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ, ਇਹ ਸਤਿਗੁਰਾਂ ਦੇ ਇਤਿਹਾਸ ਦੇ ਗ੍ਰੰਥ ਨੇ। ਤੋ ਕਵੀ ਮਹਾਰਾਜ ਜੀ ਦੀ ਸਿਫਤ ਕਰਦੇ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ, ਸ਼ੀਸ਼ ਸ਼ਾਰਦਾ ਲਖ ਸੁਖ ਚਾਨੇ। ਕਹਿੰਦੇ ਕਵੀ ਜਦੋਂ ਗੁਣ ਉਚਾਰਦੇ ਨੇ ਨਾ ਸਤਿਗੁਰਾਂ ਦੇ, ਸ਼ੇਸ਼ ਨਾਗ ਤੇ ਜਿਹੜੀ ਵਾਣੀ ਦੀ ਦੇਵੀ ਸ਼ਾਰਦਾ ਕਹੀ ਜਾਂਦੀ ਹੈ, ਉਹ ਵੀ ਸ਼ਰਮਿੰਦਾ ਹੋ ਜਾਂਦੇ ਨੇ ਵੀ ਇਹੋ ਜਿਹੇ ਗੁਣ ਤਾਂ ਅਸੀਂ ਨਹੀਂ ਕਹਿ ਸਕਦੇ ਜਿਹੜੇ ਕਲਗੀਧਰ ਦੇ ਕਵੀ ਗੁਰੂ ਦਰਬਾਰ ਵਿੱਚ ਗੁਰੂ ਦੀ ਉਪਮਾ ਵਿੱਚ ਕਹਿੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਹ ਜਿਹੜੇ ਸ਼ਾਰਦਾ ਦੇਵੀ ਹੈ ਨਾ, ਬਾਣੀ ਦੀ ਕਵਿਤਾ ਦੀ ਦੇਵੀ ਮੰਨੀ ਜਾਂਦੀ ਹੈ, ਵਿਦਿਆ ਦੀ, ਉਹ ਵੀ ਸੁਖਚਾਨੇ ਕਹੀਏ ਹੈਰਾਨ ਹੋ ਜਾਂਦੀ। ਸ਼ੇਸ਼ਨਾਗ ਕਹਿੰਦੇ ਰੋਜ਼ ਨਵੇਂ ਗੁਣ ਗਾਉਂਦਾ ਪਰਮੇਸ਼ਰ ਦੇ, ਉਹ ਵੀ ਹੈਰਾਨ ਹੋ ਜਾਂਦਾ ਵੀ ਇੰਨੇ ਗੁਣ ਤਾਂ ਮੇਰੇ ਕੋਲੋਂ ਨਹੀਂ ਗਾ ਹੁੰਦੇ ਜਿੰਨੇ ਗੁਣ ਕਵੀ ਗੁਰੂ ਕਲਗੀਧਰ ਦੇ ਗੁਰਦੇਵ ਦੀ ਉਪਮਾ ਵਿੱਚ ਗਾਇਨ ਕਰਦੇ ਨੇ। ਲੀਲਾ ਕਰੀ ਮਾਨਵੀ ਜੈਸੇ, ਕੁਛ ਕਰੀ ਵਰਨਨ ਮੈਂ ਤੈਸੇ। ਆ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਲਗੀਧਰ ਦੇ ਕਵੀਆਂ ਵਿੱਚੋਂ ਮੈਂ ਵੀ ਉਹਨਾਂ ਦਾ ਕਵੀ ਹਾਂ, ਉਹਨਾਂ ਦੀਆਂ ਸਿਫਤਾਂ ਕਰਨ ਵਾਲਾ। ਭਾਈ ਸਾਹਿਬ ਕਹਿੰਦੇ ਸਤਿਗੁਰਾਂ ਆਪ ਪਰਮੇਸ਼ਰ ਨੇ, ਪਰ ਉਹਨਾਂ ਨੇ ਇਸ ਧਰਤੀ ਤੇ ਮਾਨਵੀ ਲੀਲਾ ਕੀਤੀ ਹੈ, ਤੇ ਮਾਨਵੀ ਲੀਲਾ ਦੇ ਮੁਤਾਬਕ ਜੋ ਜੋ ਮਾਨਵੀ ਠਾਠ ਮਹਾਰਾਜ ਜੀ ਨੇ ਰਚੇ, ਮਾਨਵੀ ਲੀਲਾ ਕੀਤੀ, ਉਹ ਮੈਂ ਉਸ ਤਰ੍ਹਾਂ ਵਰਣਨ ਕੀਤੀ ਹੈ। ਮਿਸ਼ਰੀ ਗਿਰ ਪਪੀਲ ਕਾ ਪਾਵੇ, ਪਰ ਅੰਤ ਨਹੀਂ ਪਾਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਕਹਿੰਦੇ ਮੈਂ ਕਲਗੀਧਰ ਦੀ ਮਾਨਵੀ ਲੀਲਾ ਜਿਹੜੀ ਉਹਨਾਂ ਨੇ ਕੀਤੀ ਆ ਉਹਦਾ ਵਰਣਨ ਕੀਤਾ, ਪਰ ਅੰਤ ਨਹੀਂ ਹੈ। ਕਿਵੇਂ? ਕਹਿੰਦੇ ਜਿਵੇਂ ਮਿਸ਼ਰੀ ਦੇ ਪਹਾੜ ਦੇ ਉੱਤੇ ਕੀੜੀ ਜਾ ਕੇ ਉਹ ਮਿਸ਼ਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ, ਪਰ ਉੱਥੋਂ ਥੋੜੀ ਬਹੁਤੀ ਮਿਸ਼ਰੀ ਖਾ ਕੇ ਆਪਣਾ ਢਿੱਡ ਜ਼ਰੂਰ ਭਰ ਸਕਦੀ ਹੈ। ਕਹਿੰਦੇ ਕਲਗੀਧਰ ਪਾਤਸ਼ਾਹ ਦੀਆਂ ਸਿਫਤਾਂ ਮਿਸ਼ਰੀ ਦੇ ਪਹਾੜ ਵਾਂਗੂ ਨੇ,
ਤੇ ਮੇਰੀ ਜਿਹੜੀ ਬੁੱਧੀ ਹੈ ਉਹ ਕੀੜੀ ਦੇ ਸਮਾਨ ਹੈ, ਅੰਤ ਨਹੀਂ ਪਾ ਸਕਦੀ। ਪਰ ਸਤਿਗੁਰਾਂ ਦੀਆਂ ਸਿਫਤਾਂ ਗਾ ਕੇ ਮੈਂ ਆਪਣਾ ਭਲਾ ਜ਼ਰੂਰ ਕਰ ਲਿਆ, ਮੈਂ ਆਪਣਾ ਜੀਵਨ ਸਫਲ ਜ਼ਰੂਰ ਕਰ ਲਿਆ। ਜਿਤਕ ਸ਼ਕਤ ਸੋ ਬਦਨ ਉਠਾਵੇ। ਉਹ ਕੀੜੀ ਜਿਹੜੀ ਆ ਜਦੋਂ ਜਾਏ ਨਾ ਮਿਸ਼ਰੀ ਦੇ ਪਹਾੜ ਕੋਲ, ਉਹਦੇ ਕੋਲ ਜਿੰਨੀ ਕੁ ਤਾਕਤ ਹੁੰਦੀ ਆ ਉਹਨਾਂ ਕੋ ਆਪਣੇ ਮੂੰਹ 'ਚ ਚੁੱਕ ਲੈਂਦੀ ਹੈ। ਜਿੰਨੀ ਕੁ ਉਹਦੇ ਕੋਲ ਤਾਕਤ ਹੁੰਦੀ ਹੈ ਓਨੀ ਕੋ ਮਿਸ਼ਰੀ ਪਹਾੜ ਦੀ ਉਹ ਆਪਣੇ ਮੂੰਹ ਤੇ ਚੁੱਕ ਲੈਂਦੀ ਹੈ। ਇੱਕ ਦਿਨ ਬੈਠੇ ਸਹਿਜ ਸੁਭਾਏ। ਇੰਨਾ ਜਿੰਨੀ ਕੁ ਮੇਰੇ ਕੋਲ ਤੁੱਛ ਬੁੱਧੀ ਸੀ ਮੈਂ ਕਲਗੀਧਰ ਜੀ ਦੀ ਸਿਫਤ ਕਹੀ ਹੈ, ਪਰ ਅੰਤ ਨਹੀਂ ਹੈ। ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਪੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਘਰੀ। ਅੰਤ ਨਹੀਂ ਹੈ। ਮਹਾਰਾਜ ਸਤਿਗੁਰੂ ਜੀ ਦੀ ਸਿਫਤ ਦਾ ਅੰਤ ਨਹੀਂ ਹੈ, ਪਰ ਕੇਵਲ ਮੈਂ ਆਪਣੇ ਜੀਵਨ ਦੀ ਸਫਲਤਾ ਲਈ ਕਿ ਮੇਰਾ ਜੀਵਨ ਮੇਰੇ ਸਾਹਿਬ ਨੇ ਮੈਨੂੰ ਦਿੱਤਾ ਹੈ, ਇਹ ਸਫਲ ਹੋ ਜਾਏ, ਇਸ ਕਰਕੇ ਮੈਂ ਆਪਣੇ ਸਾਹਿਬ ਦੇ ਗੁਣਾਂ ਨੂੰ ਗਾਇਨ ਕੀਤਾ ਹੈ। ਭਾਈ ਸਾਹਿਬ ਆਪਣੀ ਬਨਿਮਰਤਾ ਪ੍ਰਗਟ ਕਰ ਰਹੇ ਨੇ। ਏਡਾ ਵੱਡਾ ਮਹਾਨ ਗ੍ਰੰਥ ਲਿਖ ਕੇ ਗੁਰੂ ਸਾਹਿਬ ਦੀ ਕਥਾ ਦਾ ਜਿੰਨਾ ਇਤਿਹਾਸ ਭਾਈ ਸਾਹਿਬ ਨੇ ਲਿਖਿਆ, ਗੁਰੂ ਖਾਲਸਾ ਜੀ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਣਦੇ ਆ। ਇਹ ਸਾਰੇ ਇਤਿਹਾਸ ਦੇ ਜੇ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਵਾਂਗੂ ਛਪਾਈ ਸਰੂਪ ਦੀ ਹੋਵੇ ਤਾਂ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਆਕਾਰ ਜਿੱਡਾ ਆਕਾਰ ਹੈ ਗੁਰ ਪ੍ਰਤਾਪ ਦਾ। ਏਡਾ ਵੱਡਾ ਗ੍ਰੰਥ ਲਿਖ ਕੇ ਕਹਿੰਦੇ ਮੈਂ ਅੰਤ ਨਹੀਂ ਪਾਇਆ ਮੇਰੇ ਸਾਹਿਬ ਦਾ। ਮੈਂ ਤਾਂ ਕੀੜੀ ਵਾਂਗੂ ਉਹ ਜਿਵੇਂ ਮਿਸ਼ਰੀ ਦੇ ਵਿੱਚੋਂ ਥੋੜੀ ਜਿਹੀ ਉਹ ਮਿਸ਼ਰੀ ਚੁੱਕ ਕੇ ਜਿੰਨੀ ਕੁ ਉਹਦੇ ਕੋਲ ਤਾਕਤ ਹੁੰਦੀ ਹੈ ਚੁੱਕ ਲੈਂਦੀ ਹੈ ਤੇ ਆਪਣਾ ਢਿੱਡ ਭਰ ਲੈਂਦੀ ਹੈ। ਏਦਾਂ ਆਪਣੀ ਤੁੱਛ ਬੁੱਧੀ ਨਾਲ ਗੁਰੂ ਕੀ ਸਿਫਤ ਵਰਣਨ ਕੀਤੀ ਹੈ। ਇੱਕ ਦਿਨ ਕਲਗੀਧਰ ਪਾਤਸ਼ਾਹ ਸ੍ਰੀ ਹਜੂਰ ਸਾਹਿਬ ਵਿਖੇ ਤਖਤ ਸਾਹਿਬ ਤੇ ਸੁਭਾਏਮਾਨ ਹਨ। ਚੌਂ ਦਿਸ਼ ਵਿਕੇ ਸਿੰਘ ਸਮੁਦਾਏ। ਸਤਿਗੁਰਾਂ ਦੇ ਚਾਰੇ ਪਾਸੇ ਬੇਅੰਤ ਸਿੰਘ ਬੈਠੇ ਹੈ। ਮਹਾਰਾਜ ਜੀ ਦੀਆਂ ਫੌਜਾਂ ਬੈਠੀਆਂ, ਤਿਆਰ ਬਰ ਤਿਆਰ ਸਿੰਘ ਸਜੇ ਬੈਠੇ ਨੇ। ਪੁੱਤਰ ਪਠਾਨ ਤਬੇ ਚੱਲ ਆਇਓ। ਇੰਨੇ ਨੂੰ ਇੱਕ ਪਠਾਨ ਦਾ ਪੁੱਤਰ ਔਰ ਉਹਦੇ ਨਾਲ ਇੱਕ ਉਹਦਾ ਹੋਰ ਸਾਥੀ ਹੈ, ਇਹ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ। ਕਰ ਸਲਾਮ ਕੋ ਸੀਸ ਨਿਵਾਇਓ। ਪਠਾਨ ਦਾ ਇਹ ਪੁੱਤਰ ਆਇਆ ਤੇ ਜਿਵੇਂ ਮੁਸਲਮਾਨ ਵੀਰ ਸਲਾਮ ਕਰਦੇ ਆ ਝੁਕ ਕੇ, ਏਦਾਂ ਇਹਨੇ 7 ਵਾਰੀ ਸੀਸ ਝੁਕਾ ਕੇ ਕਲਗੀਧਰ ਜੀ ਨੂੰ ਸਲਾਮ ਕਰਦਾ। ਜਦੋਂ ਮਹਾਰਾਜ ਜੀ ਦੇ ਦਰਬਾਰ 'ਚ ਐਂਟਰੀ ਹੋਇਆ ਨਾ ਤੇ ਉੱਥੋਂ ਹੀ 7 ਵਾਰ ਸਲਾਮ ਕਰਦਿਆਂ ਝੁਕਦਿਆਂ ਆਇਆ। ਸ਼ਮਸ ਨਹੀਂ ਜਿਸ ਮੁਖ ਪਰ ਆਈ। ਜਵਾਨ ਹੈ ਹਾਲੇ, ਚਿਹਰੇ ਤੇ ਪੂਰਾ ਦਾੜਾ ਨਹੀਂ ਆਇਆ। ਇਹ ਜਿਹੜਾ ਪਠਾਨ ਪੁੱਤਰ ਆਇਆ ਚਿਹਰੇ ਦੇ ਉੱਤੇ ਹਾਲੇ ਪੂਰਾ ਦਾੜਾ ਨਹੀਂ ਆਇਆ, ਭਰ ਜਵਾਨੀ ਵਿੱਚ ਆ ਤੇ ਚੰਗਾ ਉੱਚਾ ਲੰਮਾ ਕੱਦ ਸਰੀਰ ਹੈ। ਭਰੀ ਨਹੀਂ ਬੋ ਤਨ ਤਰੁਨਾਈ। ਤੇ ਪੂਰੀ ਜਵਾਨੀ ਨਹੀਂ ਭਰੀ ਹਾਲੇ ਸਰੀਰ ਵਿੱਚ। ਜਵਾਨ ਹੈ ਪਰ ਪੂਰਨ ਤੌਰ ਤੇ ਜਵਾਨੀ ਹਾਲੇ ਤਨ 'ਚ ਨਹੀਂ ਭਰੀ। ਅਦਬ ਸਾਤ ਆਗੇ ਰਹਿ ਖਰਿਓ। ਸਲਾਮ ਕਰਕੇ ਬੜੇ ਅਦਬ ਨਾਲ ਸਤਿਗੁਰੂ ਕਲਗੀਧਰ ਜੀ ਦੇ ਸਾਹਮਣੇ ਆ ਕੇ ਖਲੋ ਗਿਆ। ਸ਼੍ਰੀ ਮੁਖ ਤੇ ਕਹਿ ਬੂਜਨ ਕਰਿਓ। ਇਹਨੂੰ ਸਾਹਮਣੇ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਵੀ ਨੇ, ਜਾਣਦੇ ਨੇ ਵੀ ਆ ਗਿਆ ਜਿਹਨੂੰ ਉਡੀਕਦੇ ਸੀ। ਤੇ ਪਾਤਸ਼ਾਹ ਨੂੰ ਪੁੱਛਦੇ ਹਨ ਸਾਹਮਣੇ ਖਲੋਤੇ ਨੂੰ, ਕੌਣ ਮਰਦ ਕੀਨੋ ਕਿਵੇਂ ਆਵਨ। ਮਹਾਰਾਜ ਜੀ ਕਹਿੰਦੇ ਹਾਂ ਭਾਈ ਇਹ ਮਰਦ ਕੌਣ ਹੈ, ਕਿਵੇਂ ਆਉਣਾ ਹੋਇਆ ਭਾਈ ਤੇਰਾ। ਹਾਂਜੀ। ਕੌਣ ਨਾਮ ਹੈ ਕਰੋ ਬਤਾਵਨ। ਕੀ ਨਾਂ ਆ ਤੇਰਾ, ਦੱਸ ਆਪਣੇ ਬਾਰੇ। ਕੌਣ ਦੇਸ਼ ਕਿਸ ਪੁਰ ਕਰ ਤੇਰੋ। ਕਿਹੜੇ ਦੇਸ਼ ਦਾ, ਕਿਹੜਾ ਕਿੱਥੋਂ ਦਾ, ਕਿਹੜੇ ਨਗਰ ਵਿੱਚ ਤੇਰਾ ਘਰ ਹੈ। ਕੌਣ ਮਨੋਰਥ ਕੋ ਉਰ ਲੋਰੇ। ਕੀ ਇੱਛਾ ਰੱਖ ਕੇ ਆਇਆ ਸਾਡੇ ਕੋਲ, ਕੀ ਮਨੋਰਥ ਹੈ ਤੇਰਾ। ਕੌਣ ਨਾਮ ਹੈ ਪਿਤਾ ਪਿਤਾਮਾ। ਤੇਰੇ ਪਿਓ ਤੇ ਤੇਰੇ ਦਾਦੇ ਦਾ ਕੀ ਨਾਂ ਹੈ। ਕਹੋ ਪ੍ਰਸੰਗ ਕੈਸੇ ਤਜ ਤਾਮਾ। ਦੱਸ ਆਪਣਾ ਪ੍ਰਸੰਗ ਕਿਵੇਂ ਛੱਡ ਕੇ ਆਇਆ ਆਪਣਾ ਘਰ ਸਾਡੇ ਤਾਈਂ। ਏਦਾਂ ਸਤਿਗੁਰਾਂ ਨੇ ਝੱਟ ਕਈ ਸਵਾਲ ਕਰ ਦਿੱਤੇ ਇਹਦੇ ਕੋਲ। ਸੁਨ ਪਠਾਨ ਕੇ ਪੂਤੀ ਉਚਾਰਾ। ਸਤਿਗੁਰੂ ਜੀ ਦੇ ਬਚਨ ਸੁਣ ਕੇ ਪਠਾਨ ਦਾ ਪੁੱਤ ਅੱਗੋਂ ਬੋਲਿਆ, ਆਪਣੇ ਆਉਣ ਬਾਰੇ ਦੱਸਣ ਲੱਗਾ ਸਤਿਗੁਰਾਂ ਨੂੰ।
ਹਾਂਜੀ। हो तो पैद खां दाद हमारा। ਮਹਾਰਾਜ ਪੈਂਦੇ ਖਾਂ ਮੇਰਾ ਦਾਦਾ ਸੀ, ਪੈਂਦੇ ਖਾਂ ਦਾ ਮੈਂ ਪੋਤਰਾ ਹਾਂ, ਸੰਧੇ ਖਾਨ ਦਾ ਮੈਂ ਪੁੱਤਰ ਹਾਂ। ਇਹ ਆਪਣੇ ਬਾਰੇ ਜਾਣਕਾਰੀ ਦੇ ਰਿਹਾ। ਮੇਰਾ ਨਾਮ ਗੁਲ ਖਾਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦੇ ਨਾਲ ਵਾਰਤਾਲਾਪ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੁਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਕੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।